सुखमणि सुख अमृत प्रभ नाम भगत जना कै मन विसराम। गुर की मत तुम ले आने, भगत बिना बहु डूबे श्याने। गुर की मत भगत बिना बहु डूबे श्याने। गुर की मत तुम ले आने, भगत बिना बहु डूबे श्याने। भगत बिना बहु डूबे श्याने। भगत बिना डूबे श्याने। हर की भगत
ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਇੱਕ ਸੁਨੇਹਾ ਪੈਗਾਮ ਸਾਰੀ ਦੁਨੀਆ ਨੂੰ ਭੇਜਿਆ ਕਿ ਸਿੱਖ ਮਤ ਤੇ ਗੁਰੂ ਮਤ, ਗੁਰੂ ਵਿਚਾਰਧਾਰਾ ਨੂੰ ਧਾਰਨ ਕਰੋ। ਬਾਹਰਲੇ ਹਮਲਾਵਰਾਂ ਨੇ ਜੋ ਲਗਾਤਾਰ ਈਰਾਨ, ਇਰਾਕ, ਅਫਗਾਨਿਸਤਾਨ, ਰਸ਼ੀਆ ਤੱਕ ਹਿੰਦੁਸਤਾਨ ਦੀ ਧਰਤੀ ਤੇ ਹਮਲੇ ਕਰ ਕਰਕੇ ਸੈਂਕੜੇ ਹਜ਼ਾਰਾਂ ਸਾਲ ਤੋਂ ਸਾਡੇ ਸੰਸਕ੍ਰਿਤ, ਵੇਦ, ਦੇਵਲੇ, ਸਾਡਾ ਕਲਚਰ ਰੂਇਨ ਕਰਤਾ ਰਿਸ਼ੀ ਮੁਨੀਆਂ ਦਾ। ਤਾਂ ਕਬੀਰ ਸਾਹਿਬ ਨੇ, ਰਵਿਦਾਸ ਜੀ ਮਹਾਰਾਜ ਨੇ, ਨਾਮਦੇਵ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਫਰੀਦ ਸਾਹਿਬ ਨੇ ਮਜ਼ਹਬਾਂ ਤੋਂ ਉੱਚੇ ਉੱਠ ਕੇ ਦੇਸ਼ ਦੇ ਅੰਦਰ ਜੋ ਨਿਰੰਤਰ ਪ੍ਰੀਸਟਰੀ ਕਲਾਸ ਨੇ, ਬ੍ਰਹਿਮਨਿਜ਼ਮ ਨੇ, ਮੌਲਵੀਆਂ ਨੇ ਤੇ ਬਾਹਰਲੇ ਮੁਗਲ ਐਮਪਾਇਰਸ, ਡਾਇਨਸਟੀਜ਼ ਨੇ ਰਲ ਕੇ ਇੱਕ ਆਪਸ ਵਿੱਚ ਸਾਂਠ ਗਾਂਠ ਕਰਕੇ ਪਬਲਿਕ ਨੂੰ ਵਿਭਾਜਿਤ ਕਰ ਦਿੱਤਾ। ਛੋਟੀਆਂ ਜਾਤੀਆਂ ਨੂੰ, ਸ਼ੁਦਰ ਜਾਤੀਆਂ ਨੂੰ ਮਿਸਯੂਜ਼ ਕਰਨਾ ਸ਼ੁਰੂ ਕਰ ਦਿੱਤਾ ਔਰ ਚਾਰ ਵਰਣਾਂ ਦਾ ਮਨੂਵਾਦ ਹਾਈਲਾਈਟ ਕਰਕੇ ਜੋ ਅਲੋਪ ਹੋ ਗਈ ਰਿਸ਼ੀ ਯੁੱਗ ਦੀ ਪਰੰਪਰਾ, ਵੈਦਿਕ ਯੁੱਗ ਦੀ ਪਰੰਪਰਾ, ਗੁਰੂ ਮਤ ਨੇ, ਗੁਰੂ ਆਈਡੀਓਲੋਜੀ ਨੇ, ਇੱਕ ਸੱਚੇ ਸੁੱਚੇ ਸਤਿਗੁਰੂ ਨਾਨਕ ਦੇਵ ਜੀ ਵਰਗੀ ਸ਼ਖਸੀਅਤ ਨੇ ਜੋ ਟਰੈਵਲਸ ਕਰਕੇ ਆਲ ਓਵਰ ਦਾ ਵਰਲਡ ਸੂਫੀ ਸੰਤਾਂ ਨੂੰ ਮਿਲ ਕੇ, ਜੋਗੀਆਂ ਸੰਨਿਆਸੀਆਂ ਨੂੰ ਮਿਲ ਕੇ, ਹਰ ਕਿਸਮ ਦੇ ਲੋਕਾਂ ਨੂੰ ਮਿਲ ਕੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਦੀ ਪਰੰਪਰਾ ਨੂੰ, ਗੁਰੂ ਮਤ ਨੂੰ ਹਾਈਲਾਈਟ ਕਰਨ ਵਾਸਤੇ ਵਰਲਡ ਵਿੱਚ ਇਕੁਐਲਿਟੀ, ਸੈਕੂਲਰਿਜ਼ਮ, ਟਰੂਥਫੁਲਨੈਸ, ਸਟ੍ਰੇਟ ਫਾਰਵਰਡਨੈਸ, ਜੈਨੂਇਨਨੈਸ ਪ੍ਰਦਾਨ ਕਰਨ ਵਾਸਤੇ
ਐਜੂਕੇਸ਼ਨਲ ਇੰਸਟੀਚਿਊਟਸ ਨੂੰ, ਗੁਰੂ ਮਤ ਨੂੰ, ਸਕੂਲਸ ਨੂੰ ਵਿਦਆਊਟ ਬਿਲਡਿੰਗਸ, ਕਿ discrimination of the society through the priestly class of Brahmins, how it should be stopped. ਤਾਂ ਉਹ ਜਿਹੜਾ ਆਪਸ ਵਿੱਚ ਲਿੰਕ ਸੀ ਰਾਜੇ ਮਹਾਰਾਜੇ ਬਾਹਰਲੇ ਹਮਲਾਵਰਾਂ ਦੇ, ਮੁਗਲਸ ਐਂਡ ਅਦਰਸ ਨੇ, ਜੋ ਪਬਲਿਕ ਨੂੰ ਗੁੰਮਰਾਹ ਕਰਕੇ 33% ਕੰਟਰੀ ਦੀ ਪਬਲਿਕ ਨੂੰ ਸ਼ੂਦਰ ਡਿਕਲੇਅਰ ਕਰ ਦਿੱਤਾ, ਜੋ ਅੱਜ ਤੱਕ ਪਾਰਲੀਮੈਂਟ ਵਿੱਚ ਚੱਲ ਰਿਹਾ। ਤਾਂ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਠੀਕ ਕਰਨ ਵਾਸਤੇ ਕੰਟਰੀ ਤੋਂ ਉੱਚਾ ਉੱਠ ਕੇ ਬਾਹਰਲੇ ਦੇਸ਼ਾਂ ਦੇ ਵਿੱਚ, ਜਿਵੇਂ ਕਿ ਗੁਰੂ ਨਾਨਕ ਤਿੱਬਤ, ਲੇਹ ਲਦਾਖ ਤੋਂ ਚਾਈਨਾ ਚਲੇ ਗਏ, ਉਹਨਾਂ ਦੀ ਯਾਦ ਵਿੱਚ ਨਾਨਕਿਆਂਗ ਸ਼ਹਿਰ, ਸ਼ਿਆਂਗ ਦੇ ਵਿੱਚ ਗੁਰਦੁਆਰਾ। ਗੁਰੂ ਨਾਨਕ ਇਰਾਕ ਵਿੱਚ ਗਏ ਤੇ ਵੱਡੇ ਵੱਡੇ ਸੰਤਾਂ, ਰਿਸ਼ੀਆਂ, ਸੂਫੀ ਸੰਤਾਂ ਨੂੰ ਮਿਲ ਕੇ ਇੱਕ ਮਿਕਤਾ ਵਾਸਤੇ ਡਾਇਲਾਗ ਕੀਤਾ, ਕਿਧਰੇ ਵੀ ਪ੍ਰੀਸਟਰੀ ਕਲਾਸ ਦੀ ਤਰ੍ਹਾਂ ਬਹਿਸਾਂ ਨਹੀਂ ਕੀਤੀਆਂ। ਆਪਣੀ ਮੈਚਿਓਰਿਟੀ ਦੇ ਫੋਲਡ ਵਿੱਚ ਗੁਰੂ ਨਾਨਕ ਨੇ ਸਭ ਨੂੰ ਲੈ ਲਿਆ। ਗੁਰੂ ਨਾਨਕ ਨੇ ਬਨਾਰਸ ਵਿੱਚ 32-35 ਸਾਲ ਦੀ ਉਮਰ ਦੇ ਵਿੱਚ ਇਹਨਾਂ ਵੱਡੇ ਸੰਤਾਂ ਨੂੰ, ਉਹਨਾਂ ਦੀ ਬਾਣੀ ਨੂੰ ਕਲੈਕਟ ਕਰ ਲਿਆ। ਉਹਨਾਂ ਨੇ ਦੂਰ ਅੰਦੇਸ਼ੀ ਵਿੱਚ ਸੋਚ ਲਿਆ ਕਿ ਸਮਾਜ ਨੂੰ ਇਕੱਠਾ ਕਰਨਾ ਹੈ, ਬ੍ਰਾਹਮਣ, ਸ਼ੂਦਰ, ਵੈਸ਼ ਸਭ ਨੂੰ ਇਕੱਠਾ ਕਰਕੇ ਇੱਕ ਨਵੀਂ ਡਾਇਰੈਕਸ਼ਨ ਦੇਣੀ ਹੈ। ਉਹ ਹਿੰਦੁਸਤਾਨ ਤੋਂ ਉੱਚੇ ਉੱਠ ਗਏ। ਉਹਨਾਂ ਨੇ ਮੱਕੇ ਮਦੀਨੇ ਦੇ ਵਿੱਚ ਆਪਣਾ ਪ੍ਰੇਮ ਫੈਲਾ ਦਿੱਤਾ। ਆਪਣੀ ਬਾਣੀ ਨੂੰ, ਇਹ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਨੂੰ ਫੈਲਾਉਣ ਵਾਸਤੇ ਰਾਮਾਨੰਦ ਜੀ ਦਾ ਸ਼ਲੋਕ ਵੀ ਕਬੀਰ ਜੀ ਤੇ ਰਵਿਦਾਸ ਜੀ ਤੋਂ ਲੈ ਲਿਆ। ਗੁਰੂ ਗ੍ਰੰਥ ਸਾਹਿਬ ਦੀ ਲਿਖਣ ਦੀ ਤਿਆਰੀ ਤੇ ਪੰਜਵੇਂ ਪਾਤਸ਼ਾਹ ਨੇ ਕੀਤੀ, ਪਰ ਪਲੈਨਿੰਗ ਪਹਿਲੇ ਹੀ ਹੋ ਗਈ ਕਿ ਸ਼ਬਦ ਗੁਪਤ ਰੂਪ ਵਿੱਚ ਮੌਖਿਕ ਤੇ ਓਰਲ ਗਿਆਨ ਵੀ ਹੈ, ਤੇ ਉਹਨੂੰ ਅਸੀਂ ਅਕਸ਼ਰ ਦੇ ਵਿੱਚ ਬੰਦ ਵੀ ਕਰਨਾ ਹੈ, ਅਕਸ਼ਰਾ ਅਤੀਤ ਪਰ ਬ੍ਰਹਮ। ਤੋ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਟਾਈਮ ਤੋਂ 300-400 ਸਾਲ ਪੁਰਾਣੇ ਸੰਤ, ਸੂਫੀ ਜੀ ਫਰੀਦ ਸਾਹਿਬ ਲਗਭਗ 295 ਸਾਲ ਗੁਰੂ ਨਾਨਕ ਤੋਂ ਪਹਿਲੇ ਹੋਏ। ਉਹਨਾਂ ਦੀ ਵਿਚਾਰਧਾਰਾ ਦਾ ਕੀ ਨਾਂ ਹੈ? ਨਾਮ। ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ। ਤਾਂ ਜਦੋਂ ਗੁਰੂ ਨਾਨਕ ਨੂੰ ਪਤਾ ਲੱਗ ਗਿਆ ਕਿ ਸਾਰੇ ਕੰਟਰੀ ਦੇ, ਸਾਰੇ ਵਰਲਡ ਦੇ ਟਰੈਵਲਸ ਕਰਕੇ ਸਤਿਗੁਰੂ ਜੀ ਨੇ ਇਸ ਗੁਰੂ ਮਤ ਵਿਚਾਰਧਾਰਾ ਨੂੰ, ਜੋ ਪ੍ਰੀਸਟਰੀ ਕਲਾਸ, ਬ੍ਰਹਿਮਨਿਜ਼ਮ, ਮੌਲਵੀਆਂ, ਯੋਗੀਆਂ, ਸਾਧੂਆਂ, ਸੰਨਿਆਸੀਆਂ ਤੋਂ ਵੱਖਰੀ ਹੈ, ਤਾਂ ਉਹਨਾਂ ਨੇ ਆਪਣੇ ਗੁਰਮਤ ਵਿਦਿਆਲੇ ਸ਼ੁਰੂ ਕਰ ਦਿੱਤੇ। ਦਰਖਤਾਂ ਦੇ ਥੱਲੇ ਭਾਈ ਲਾਲੋ ਸਾਹਿਬ ਜੀ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਪੈਰ ਧਰਦੇ ਚਲੇ ਗਏ ਜੀਵਨ ਵਿੱਚ, ਉਹਨਾਂ ਦੇ ਫਾਲੋਅਰਸ ਬਣਦੇ ਚਲੇ ਗਏ। ਗੁਰੂ ਨਾਨਕ ਉਹਨਾਂ ਨੂੰ ਆਪਣੀ ਆਈਡੀਓਲੋਜੀ, ਕਿਰਤ ਕਰਨ ਦੀ, ਵੰਡ ਛਕਣ ਦੀ, ਨਾਮ ਜਪਣ ਦੀ, ਉਸ ਗੁਰਮਤ ਵਿਚਾਰਧਾਰਾ ਨੂੰ ਆਪਣੇ ਸਟੂਡੈਂਟਸ ਨੂੰ ਵੰਡਦਿਆਂ ਹੋਇਆਂ ਆਪਣੇ ਸਟੂਡੈਂਟਸ ਨੂੰ ਸੰਤ ਔਰ ਸਾਧੂ ਕਹਿ ਕੇ ਸਨਮਾਨਿਤ ਕਰਨ ਲੱਗ ਪਏ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਏ। ਤਾਂ ਜਦੋਂ ਸਤਿਗੁਰੂ ਨਾਨਕ ਦੇ ਫੋਲਡ ਵਿੱਚ ਇਹ ਬਿਖਰੀ ਹੋਈ ਸੰਤ ਸਭਾ, ਨਾਮਦੇਵ ਜੀ ਗੁਰੂ ਨਾਨਕ ਤੋਂ ਮਹਾਰਾਸ਼ਟਰ ਵਿੱਚ 200 ਸਾਲ ਪਹਿਲੇ, ਤਰਲੋਚਨ ਜੀ, ਇਹ ਸਭ ਕੋਸ਼ਿਸ਼ ਕਰ ਰਹੇ ਸਨ ਕਿ ਕਿਸੇ ਤਰ੍ਹਾਂ ਦੇਸ਼ ਵਿੱਚ ਗੁਰੂ ਮਤ ਫੈਲੇ, ਪ੍ਰੀਸਟਰੀ ਕਲਾਸ ਦਾ ਬ੍ਰਹਿਮਨਿਜ਼ਮ ਨਾ ਫੈਲੇ ਜੋ ਡਿਵਾਈਡ ਐਂਡ ਰੂਲ ਕਰ ਰਿਹਾ। ਤਾਂ ਉਹਦੇ 'ਚ ਗੁਰੂ ਨਾਨਕ ਸਾਹਿਬ ਦਾ ਸਨਮਾਨ ਵੱਧ ਗਿਆ ਕਿ ਗੁਰੂ ਨਾਨਕ ਉਹਨਾਂ ਬਾਣੀਆਂ ਨੂੰ ਵੀ ਇਕੱਠਾ ਕਰ ਰਹੇ ਨੇ ਜਿਹੜੇ ਡਿਫਰੈਂਟ ਜਾਤੀਆਂ ਦੇ ਸੰਤ ਗੁਰੂ ਮਤ ਨੂੰ ਮੰਨਦੇ ਸਨ।
ਤਾਂ ਜਦੋਂ ਉਹਨਾਂ ਪੋਥੀਆਂ ਨੂੰ ਗੁਰੂ ਨਾਨਕ ਆਪਣੀਆਂ ਬਾਣੀਆਂ ਨੂੰ ਆਪਣੇ ਟਰੈਵਲਸ ਤੋਂ ਵਾਪਸ ਆ ਕੇ ਮੱਕੇ ਮਦੀਨੇ ਦੇ ਵਿੱਚ ਆਪਣੀ ਕਾਮਯਾਬੀ ਔਰ ਹਾਰਮਨੀ ਫੈਲਾ ਕੇ ਹਰਿਦੁਆਰ ਦੇ ਵਿੱਚ, ਹਿਮਾਲਿਆ ਦੇ ਵਿੱਚ, ਰਸ਼ੀਆ, ਸਾਈਬੇਰੀਆ, ਉਜ਼ਬੇਕਿਸਤਾਨ, ਤਾਸ਼ਕੰਦ ਦੇ ਵਿੱਚ, ਸਮਰਕੰਦ ਦੇ ਵਿੱਚ ਜਿੱਥੋਂ ਬਾਬਰ ਹਮਲਾ ਕਰਨ ਆਇਆ, ਇਹਦੀ ਬੈਕਗਰਾਊਂਡ ਜਦੋਂ ਤੱਕ ਨਵੀਂ ਜਨਰੇਸ਼ਨ ਨੂੰ ਬਰੀਫਲੀ ਨਾ ਦੱਸੀ ਜਾਏ ਤੇ ਸੁਖਮਨੀ ਸਾਹਿਬ ਦਾ ਸ਼ਬਦ ਅਰਥ ਦਾ ਕਨੈਕਟੀਵਿਟੀ ਭਾਵ ਅਰਥ ਨਾਲ ਨਹੀਂ ਜੁੜਦੀ। ਕਿਉਂ ਇਨਵੀਟੇਸ਼ਨ ਦਿੱਤਾ ਜਾ ਰਿਹਾ ਹੈ ਸੁਖਮਨੀ ਸਾਹਿਬ ਵਿੱਚ ਕਿ ਆ ਜਾਓ, ਕਮ ਐਂਡ ਜੁਆਇਨ ਦੀ ਮੇਨ ਸਟ੍ਰੀਮ ਆਫ ਐਜੂਕੇਸ਼ਨਲ ਇੰਸਟੀਚਿਊਟਸ ਆਫ ਗੁਰੂ ਨਾਨਕ ਸਾਹਿਬ, ਆਫ ਗੁਰੂਮਤ। ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਦਾ ਕੀ ਭਾਵ ਹੈ ਕਿ ਗੁਰੂ ਨਾਨਕ ਨੇ ਧਰਮਸ਼ਾਲਾਵਾਂ ਬਣਾਉਣ ਦਾ ਇੱਕ ਸੁਭਾਵਿਕ ਰੂਪ ਤਿਆਰ ਕਰ ਲਿਆ। ਜਿਸ ਪਿੰਡ, ਸ਼ਹਿਰ, ਮੁਹੱਲੇ ਵਿੱਚ ਗੁਰੂ ਨਾਨਕ ਨੇ ਕੀਰਤਨ ਕੀਤਾ, ਸਾਰੇ ਵਰਲਡ ਵਿੱਚ ਲਗਭਗ 25 ਸਾਲ, ਬਾਹਰਲੇ ਦੇਸ਼ਾਂ ਵਿੱਚ, ਰਸ਼ੀਆ ਵਿੱਚ ਬਹੁਤ ਜ਼ਿਆਦਾ, ਉਹ ਸਾਰੇ ਲੋਕ ਗੁਰੂ ਨਾਨਕ ਦੇ ਫੋਲੋਵਰਸ ਬਣ ਗਏ। ਕਨਸੈਪਸ਼ਨ ਨੂੰ ਸਮਝ ਲੱਗ ਗਈ, ਸਮਝ ਆਣੀ ਲੋਕਾਂ ਨੂੰ ਸ਼ੁਰੂ ਹੋ ਗਈ ਕਿ ਪਰਮਾਤਮਾ ਗੁਰੂ ਨਾਨਕ ਦੀ ਵਿਚਾਰਧਾਰਾ ਵਿੱਚ ਕੋਈ ਆਬਜੈਕਟ ਨਹੀਂ ਹੈ, ਪੱਥਰ ਦਾ ਬੁੱਤ ਨਹੀਂ ਹੈ ਚਿੱਟਾ ਜਾਂ ਕਾਲਾ, ਕੈਲੰਡਰ ਦੀ ਫੋਟੋ ਨਹੀਂ ਹੈ, ਕੋਈ ਬ੍ਰਹਮਾ ਵਿਸ਼ਨੂੰ ਮਹੇਸ਼ ਨਾਮ ਦੇ ਕੋਈ ਦੇਵੀ ਦੇਵਤੇ ਨੂੰ ਗੁਰੂ ਨਾਨਕ ਅਗਰ ਕਿਧਰੇ ਸਾਈਕੋਲੋਜੀਕਲੀ ਹਾਈਲਾਈਟ ਕਰਦੇ ਨੇ ਤੇ ਵੱਖਰੀ ਗੱਲ ਹੈ, ਪਰ ਉਹ ਦੇਵੀ ਦੇਵਤਾਵਾਦ ਤੋਂ ਗੁਰੂ ਨਾਨਕ ਨਿਰਗੁਣ ਨਿਰੰਕਾਰ ਦੀ ਪ੍ਰੇਜ਼ ਵਾਸਤੇ ਗੁਰਬਾਣੀ ਨੂੰ ਰਚ ਰਹੇ ਨੇ। ਸਤਿਗੁਰ ਕੀ ਬਾਣੀ ਸਤ 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 ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਤਾਂ ਜਦੋਂ ਗੁਰੂ ਨਾਨਕ ਸਾਹਿਬ ਨੂੰ ਸ਼ਬਦ ਗਿਆਨ ਦਿੰਦਿਆਂ ਬਾਹਰਲੇ ਮੁਲਕਾਂ ਤੇ ਭਾਰਤ ਦੇ ਵਿੱਚ ਇੱਕ ਕ੍ਰਾਂਤੀ ਛਿੜ ਗਈ ਕਿਰਤੀ ਲੋਕਾਂ ਦੀ, ਛੋਟੀ ਛੋਟੀ ਜਾਤ ਦੇ ਠੁਕਰਾਏ ਹੋਏ ਸ਼ੁਦਰ ਲੋਕਾਂ ਨੇ ਭਾਰੀ ਗਿਣਤੀ ਵਿੱਚ ਆ ਕੇ ਗੁਰੂਮਤ ਨੂੰ ਧਾਰਨ ਕਰ ਲਿਆ, ਤਾਂ ਵਿਦਿਆਲੇ ਤੇ ਖੁੱਲ ਗਏ, ਪਰ ਖੁੱਲੇ ਧਰਮਸ਼ਾਲਾਵਾਂ ਦੇ ਵਿੱਚ। ਘਰ ਘਰ ਅੰਦਰ ਧਰਮਸ਼ਾਲ ਦਾ ਮਤਲਬ ਹੈ ਕਿ ਜੇ ਗੁਰੂ ਨਾਨਕ ਭੂਮੀਏ ਚੋਰ ਦੇ ਘਰ ਰਾਤੀ ਬਿਹਾਰ ਰਹੇ, ਗੁਹਾਟੀ ਦੀ ਕਾਮਰੂਪ ਦੀ ਰਾਣੀ ਦੇ ਮਹਿਲਾਂ ਵਿੱਚ ਨੂਰ ਸ਼ਾਹ ਦੇ ਕੋਲ ਜੇ ਉਹਨਾਂ ਨੇ ਕੀਰਤਨ ਕੀਤਾ, ਜੇ ਉਹਨਾਂ ਨੇ ਲੰਕਾ ਦੇ ਵਿੱਚ ਰਾਜਾ ਸ਼ਿਵਨਾਬ ਦੇ ਦਰਬਾਰ ਦੇ ਵਿੱਚ ਜਾਣ ਤੋਂ ਸਮੁੰਦਰ ਦੇ ਕਿਨਾਰੇ ਤੇ ਕੀਰਤਨ ਕੀਤਾ, ਤੇ ਉਹਨਾਂ ਦੇ ਕੀਰਤਨ ਦੇ ਵਿੱਚ ਇਨਡਾਇਰੈਕਟ ਸਾਈਕੋਲੋਜੀਕਲ ਇਨਵੀਟੇਸ਼ਨ ਟੂ ਦੀ ਮੈਨਕਾਈਂਡ ਸੀ ਕਿ ਸਤਿਗੁਰੂ ਨੂੰ ਧਾਰਨ ਕਰੋ। ਤਾਂ ਗੁਰਬਾਣੀ ਪਹਿਲਾ ਪਕਸ਼ ਜੋ ਹਾਈਲਾਈਟ ਕਰਦੀ ਹੈ ਉਹ ਸੱਚਮੁੱਚ ਸਤਿਗੁਰੂ ਨੂੰ ਹਾਈਲਾਈਟ ਕਰਦੀ ਹੈ, ਕਿਸੇ ਦੇਵੀ ਦੇਵਤਾਵਾਦ ਨੂੰ ਨਹੀਂ। ਹੁਣ ਜਿਵੇਂ ਗੁਰੂ ਨਾਨਕ ਸਾਹਿਬ ਦੇ ਕੁਝ ਚੰਦ ਹੋਰ ਸੰਤ ਜੋ ਉਹਨਾਂ ਨੇ ਬਣਾਏ ਆਪਣੀ ਵਿਦਿਆ ਐਜੂਕੇਸ਼ਨ ਬਲੈਸਿੰਗ ਦੇ ਨਾਲ, ਉਹਨਾਂ ਦੇ ਵਿੱਚ ਵੀ ਅਸੀਂ ਕੁਝ ਨਾਂ ਲੈ ਲੈਂਦੇ ਹਾਂ, ਸੱਜਣ ਠੱਗ। ਹੁਣ ਜਦੋਂ ਗੁਰੂ ਨਾਨਕ ਨੇ ਸੱਜਣ ਠੱਗ ਐਂਡ ਅਦਰਸ ਸੋ ਮੈਨੀ ਨੂੰ ਜਗ੍ਹਾ ਜਗ੍ਹਾ ਤੇ ਜਾ ਕੇ ਲੱਭਿਆ ਤੇ ਉਹਨਾਂ ਦੇ ਕੀਰਤਨ ਬਾਣੀ ਦੇ ਦੁਆਰਾ ਉਹ ਉਹਨਾਂ ਦੇ ਨਾਲ ਫੋਲੋ ਕਰਨ ਲੱਗ ਪਏ ਕਿ ਗੁਰੂ ਨਾਨਕ ਸਾਹਿਬ ਅਸੀਂ ਤੁਹਾਡੀ ਗੁਰਮਤ ਨੂੰ ਧਾਰਨ ਕਰਕੇ ਗੁਰਸਿੱਖ ਬਣਨਾ ਚਾਹੁੰਦੇ ਹਾਂ। ਤਾਂ ਉਹਨਾਂ ਨੇ ਉਹਨਾਂ ਨੂੰ ਮੂਲ ਮੰਤਰ ਦਾ ਰਹੱਸ ਖੋਲ੍ਹਿਆ, ਭੇਦ ਖੋਲ੍ਹਿਆ, ਤੇ ਆਪਣੇ ਹੀ ਸਟੂਡੈਂਟਸ, ਭਾਵੇਂ ਉਹ ਭਾਈ ਲਹਿਣਾ ਜੀ ਹੋਣ, ਭਾਵੇਂ ਬਾਬਾ ਬੁੱਢਾ ਸਾਹਿਬ ਹੋਣ, ਭਾਵੇਂ ਬਾਬਾ ਮਰਦਾਨਾ ਜੀ ਹੋਣ, ਉਹਨਾਂ ਸਾਰਿਆਂ ਨੂੰ ਆਪਣੇ ਵਰਗਾ ਰੂਪ ਦਿੱਤਾ। ਆਓ ਸਾਰੇ ਰਲ ਕੇ ਸਟੂਡੈਂਟਸ ਨੂੰ ਟੀਚਰਸ ਬਣਾ ਕੇ ਇੱਕ ਗੁਰਮਤਿ ਵਿਦਿਆਲਿਆ ਯੂਨੀਵਰਸਿਟੀ ਘਰ ਘਰ ਵਿੱਚ ਸ਼ੁਰੂ ਹੋ ਗਈ। ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ ਦਾ ਇੱਕ ਪੈਗਾਮ ਚਲਾ ਗਿਆ ਕਿ ਗੁਰੂ ਨਾਨਕ ਨੇ ਧਰਮਸ਼ਾਲਾਵਾਂ ਖੋਲ੍ਹ ਦਿੱਤੀਆਂ ਨੇ, ਨਵੀਆਂ ਬਿਲਡਿੰਗਾਂ ਨਹੀਂ,
ਜਿਸ ਜਾਤੀ ਦੇ ਘਰ ਵਿੱਚ ਗੁਰੂ ਨਾਨਕ ਨੇ ਪੈਰ ਰੱਖ ਕੇ ਰਾਤੀ ਬ੍ਰਹਮ ਵਿਚਾਰ ਸੁਣਾਇਆ, ਕੀਰਤਨ ਸੁਣਾਇਆ, ਕੁਦਰਤ ਦੇ ਵਿੱਚ ਕਾਦਰ ਨੂੰ ਮਹਿਸੂਸ ਕਰਾਇਆ। ਨੇਚਰ ਇੱਕ ਹੁਕਮ ਵਿੱਚ ਕੰਮ ਕਰ ਰਹੀ ਹੈ। ਹਿੰਦੁਸਤਾਨ ਦਾ ਬ੍ਰਹਮਨਿਜ਼ਮ ਪ੍ਰਕਿਰਤੀਵਾਦੀ ਵੀ ਸੀ, ਪਰ ਗੁਰੂ ਨਾਨਕ ਨੇ ਪ੍ਰਕਿਰਤੀਵਾਦੀ ਤੋਂ ਕਰਤਾ ਪੁਰਖ ਨੂੰ, ਅਲੇਪ ਅਕਾਲ ਪੁਰਖ ਨੂੰ, ਜਿਸ ਨੂੰ ਹੁਕਮ ਕਿਹਾ, ਜਿਹੜੀ ਓਂਕਾਰ ਦੀ ਗੂੰਜ ਵਿੱਚੋਂ ਕੁਦਰਤ ਬਣਦੀ ਹੋਈ ਦਿਖਾਈ ਗਈ। ਸਾਧ ਸੰਗਤ, ਉਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਖਾਲੀ ਸੁਖਮਨੀ ਸਾਹਿਬ ਦਾ ਸ਼ਬਦ ਅਰਥ ਨਹੀਂ, ਖਾਲੀ ਜਪਜੀ ਸਾਹਿਬ ਦਾ ਸ਼ਬਦ ਅਰਥ ਨਹੀਂ, ਇਹਨਾਂ ਪੰਜਾਂ ਬਾਣੀਆਂ ਦਾ ਅੰਮ੍ਰਿਤਮਈ ਤਤਵਸਾਰ ਨਾਲ ਬੋਲੋ। ਤਤ ਵਿਚਾਰ ਕਹੇ ਜਨ ਸਾਚਾ, ਬੋਲੋ ਨਾ। ਤਤ ਵਿਚਾਰ ਕਹੇ ਜਨ ਸਾਚਾ। ਉਹ ਭਗਤ ਜਨ, ਸੰਤ ਜਨ ਸੱਚੇ ਨੇ ਜਿਹੜੇ ਤਤਵ ਦਾ ਵਿਚਾਰ ਕਰਦੇ ਨੇ, ਨਹੀਂ ਤਾਂ ਜਨਮ ਮਰੇ ਸੋ ਕਾਚੋ ਕਾਚਾ। ਕੱਚਿਆਂ 'ਚ ਕੱਚੇ ਨੇ ਜਿਹੜੇ ਮਾਇਆ ਦੀ ਤ੍ਰਿਸ਼ਨਾ ਵਿੱਚ ਜੰਮਦੇ ਮਰਦੇ ਰਹਿੰਦੇ ਨੇ। ਤਾਂ ਕੀ ਪੈਗਾਮ ਗਿਆ ਆਪ ਸਭ ਨੂੰ? ਬੈਕਗਰਾਉਂਡ ਕੀ ਬਣੀ ਕਿ ਗੁਰੂ ਨਾਨਕ ਨੇ ਟਰੈਵਲਸ ਦੇ ਵਿੱਚ ਪਿੰਡ ਪਿੰਡ, ਘਰ ਘਰ ਵਿੱਚ ਜਿੱਥੇ ਵੀ ਕੀਰਤਨ ਤੇ ਕਥਾ ਦੇ ਨਾਲ ਇੱਕ ਘਰ ਨੂੰ ਚਰਨ ਪਾ ਕੇ ਇਹ ਕਿਹਾ ਕਿ ਭੂਮੀਆਂ, ਅੱਜ ਤੋਂ ਬਾਅਦ ਤੇਰਾ ਘਰ ਧਰਮਸ਼ਾਲਾ ਬਣ ਗਿਆ। ਜੇ ਪਟਨੇ ਗਏ ਤੇ ਸਾਲਸ ਰਾਏ ਚੌਧਰੀ ਜੋਹਰੀ ਦੇ ਘਰ ਵੀ ਉਹਨਾਂ ਨੇ ਕਿਹਾ ਇਹ ਤੇਰਾ ਘਰ ਧਰਮਸ਼ਾਲਾ ਬਣ ਗਿਆ। ਗੁਹਾਟੀ ਦੀ ਰਾਣੀ ਨੂੰ ਕਿਹਾ ਇਹ ਘਰ ਤੇਰਾ ਧਰਮਸ਼ਾਲਾ ਬਣ ਗਿਆ। ਧਰਮ ਸਿਖਾਉਣ ਦੀ ਸ਼ਾਲਾ, ਪਾਠਸ਼ਾਲਾ ਨਹੀਂ, ਵਿਦਿਆ ਵਿਚਾਰੀ। ਤਾਂ ਜਦੋਂ ਗੁਰਮਤ ਆਈਡੀਆਲੋਜੀ ਅੱਜ ਸਿੱਖ ਸਮਾਜ ਨਹੀਂ ਉਹਦੀ ਹਿਸਟੋਰੀਕਲ ਬੈਕਗਰਾਉਂਡਸ ਨੂੰ ਸੰਭਾਲ ਰਿਹਾ, ਤਾਂ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜੋ ਵੀ ਵਰਲਡ ਦੇ ਲੋਕ ਪੁਰਾਣੀ ਜਨਰੇਸ਼ਨ ਦੇ ਸਾਥ ਦੇਣ ਇਹਨੇ ਨਵੀਂ ਜਨਰੇਸ਼ਨ ਵਾਲਿਆਂ ਨੂੰ ਕਿ ਸ਼ਬਦ ਅਰਥ ਦੀ ਬੈਕਗਰਾਉਂਡ ਹੈ ਕਿ ਗੁਰੂ ਨਾਨਕ ਨੇ ਧਰਮਸ਼ਾਲਾਵਾਂ ਬਣਾਈਆਂ, ਪਾਣੀ ਪਿਲਾਣਾ ਸਿਖਾਇਆ, ਘੜਾ ਰੱਖਣਾ ਸਿਖਾਇਆ, ਭੋਜਨ ਖਿਲਾਣਾ ਸਿਖਾਇਆ, ਜਾਤੀ ਨੂੰ ਵਰਣ ਨੂੰ ਤੋੜ ਦਿੱਤਾ, ਇਸਤਰੀ ਦਾ ਬਹੁਤ ਵੱਡਾ ਸਨਮਾਨ ਕਰ ਦਿੱਤਾ। ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਚੀਜ਼ ਦੀ ਭੂਮਿਕਾ ਤਿਆਰ ਕਰਕੇ ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਹੈਂਡਓਵਰ ਕੀਤਾ ਗੁਰਮਤ ਦਾ ਟੋਟਲ ਇੰਸਟੀਚਿਊਟ, ਤਾਂ ਸਾਰੇ ਵਰਲਡ ਵਿੱਚ ਗੁਰੂ ਨਾਨਕ ਦੇ ਫੋਲੋਵਰਸ ਤਿਆਰ ਹੋ ਗਏ। ਗੋਰਖਪੰਥੀ ਵੀ, ਯੋਗੀ ਸੰਨਿਆਸੀ ਵੀ, ਪੰਜੋਂ ਪਾਤਸ਼ਾਹੀਆਂ ਤੱਕ ਆਉਂਦੇ ਰਹੇ। ਕਿੱਥੇ ਕਿੱਥੇ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨੇ ਚਰਨ ਪਾਏ, 5 ਜਾਮਿਆਂ ਦੇ ਵਿੱਚ ਉਸੀ ਪਹਿਲੀ ਜੋਤ ਨੇ ਫਿਰ ਆਉਣ ਵਸਾਇਆ ਗੋਇੰਦਵਾਲ। ਗੋਇੰਦਵਾਲ ਵਿੱਚ ਵੀ ਸਭ ਲੋਕਾਂ ਦੇ ਮਤਾਂ ਦੇ ਲੋਕ ਆਏ, ਖੰਡੂਰ ਸਾਹਿਬ ਵਿੱਚ ਵੀ ਆਏ, ਅੰਮ੍ਰਿਤਸਰ ਤਰਨ ਤਾਰਨ ਵਿੱਚ ਵੀ ਆਏ। ਤਾਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਬਣਾ ਦਿੱਤਾ ਤੇ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦਾ ਜੋ ਤੱਤਵ ਅੱਧੇ ਘੰਟੇ ਵਿੱਚ ਨਹੀਂ, ਅੱਧੇ ਘੰਟੇ ਦੀਆਂ ਘੱਟ ਤੋਂ ਘੱਟ 50 ਸੀਰੀਜ਼ ਵਿੱਚ ਸਮਝਿਆ ਜਾਣਾ ਵੀ ਇਤਨਾ ਆਸਾਨ ਨਹੀਂ ਹੈ। ਹਾਂ, ਸਾਡੀਆਂ ਮਜਬੂਰੀਆਂ ਨੇ ਕਿ ਅਸੀਂ ਸਮੁੰਦਰ ਨੂੰ ਕੂਜ਼ੇ ਵਿੱਚ ਬੰਦ ਕਰਨਾ ਚਾਹੁੰਦੇ ਹਾਂ, ਹੋ ਜਾਏ, ਪਰ ਕੂਜੇ ਨੂੰ ਕੋਈ ਪੀਤ ਨਹੀਂ ਨਾ ਸਕਦਾ। ਸਾਥ, ਜਦੋਂ ਅਸੀਂ ਪਿਛਲੇ 4 ਪਦਿਆਂ ਦੀ ਵਿਆਖਿਆ ਲਾਸਟ ਐਪੀਸੋਡ ਵਿੱਚ ਇਹ ਦੱਸੀ ਕਿ ਇੱਕ ਸੁਨੇਹਾ ਹੈ ਗੁਰਮਤ ਇੰਸਟੀਚਿਊਟ ਨੂੰ ਜੁਆਇਨ ਕਰਨ ਦਾ, ਗੁਰਮਤ ਵਿਚਾਰਧਾਰਾ ਨੂੰ। ਅੱਜ ਇੰਸਟੀਚਿਊਟ ਤੇ ਬਿਲਡਿੰਗ ਨੂੰ, ਯੂਨੀਵਰਸਿਟੀ ਤੇ ਬਿਲਡਿੰਗ ਨੂੰ ਕਿਹਾ ਜਾਂਦਾ ਹੈ, ਪਰ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਨੇ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਵਰਨ ਆਸ਼ਰਮ ਤੋੜਨ ਦਾ ਜੋ ਸੁਨੇਹਾ ਦਿੱਤਾ ਹੈ ਕਿ ਸਮਾਜ ਦੇ ਠੁਕਰਾਏ ਹੋਏ ਲੋਕ ਆ ਜਾਓ। ਖੱਤਰੀਓ ਤੇ ਬ੍ਰਾਹਮਣੋ, ਜੇ ਤੁਸੀਂ ਇਹਨਾਂ ਲੋਕਾਂ ਨੂੰ ਆਪਣਾ ਨੌਕਰ ਗੁਲਾਮ ਬਣਾ ਲਿਆ
ਤਾਂ ਆਓ ਗੁਰਮਤਿ ਇਹਨਾਂ ਨੂੰ ਆਪਣੇ ਵੱਲ ਇਨਵਾਈਟ ਕਰਦੀ ਹੈ ਤੇ ਸਲੋਲੀ ਕਿਰਤੀ ਕਾਮੇ ਖੱਤਰੀ ਤੇ ਬ੍ਰਾਹਮਣ ਵੀ ਗੁਰੂ ਨਾਨਕ ਨੂੰ ਫੋਲੋ ਕਰਨ ਲੱਗ ਪਏ। ਤਾਂ ਸੁਖਮਨੀ ਸਾਹਿਬ ਦੇ ਵਿੱਚ ਜਿਹੜਾ ਪੈਟਰਨ ਇਹ ਅਡਾਪਟ ਕੀਤਾ ਗਿਆ ਨਾ ਕਿ ਉਹ ਆਪਣਾ ਪ੍ਰੋਸਪੈਕਟਸ ਦੱਸ ਰਹੇ ਨੇ। 24 ਅਸ਼ਟਪਦੀਆਂ ਦੇ ਵਿੱਚ ਹਰ ਅਸ਼ਟਪਦੀ ਵੱਖਰੇ ਵੱਖਰੇ ਟੌਪਿਕ ਨੂੰ ਐਕਸਪਲੇਨ ਕਰਦੀ ਹੈ ਤੇ ਪ੍ਰਚਾਰਕ ਦਾ ਧਰਮ ਹੈ ਉਸ ਨੂੰ ਹੋਰ ਵਿਸਤਾਰ ਵਿੱਚ ਸਮਝਾਏ। ਤਾਂ ਸਾਧ ਸੰਗਤ ਜੀ, ਇਹ ਜਿਹੜਾ ਸੁਨੇਹਾ ਇਨਵਾਈਟ ਕਰ ਰਿਹਾ ਹੈ ਕਿ ਸਿੱਖ ਮਤ ਨੂੰ ਧਾਰਨ ਕਰੋ, ਜੋਗੀ ਸੰਨਿਆਸੀ ਚਿਮਟੇ ਬਣ ਕੇ ਧੂਣੀਆਂ ਤੋਂ ਖਾਣ ਵਾਲੇ ਘਰੋਂ ਨਾ ਨੱਠੋ, ਇਹ ਇਨਡਾਇਰੈਕਟ ਸਪੀਚ ਵਿੱਚ ਕਿਰਤੀ ਤੇ ਗ੍ਰਸਤੀ ਨੂੰ ਪ੍ਰਮੋਟ ਕਰ ਰਿਹਾ ਕਿ ਨਹੀਂ, ਸਾਡੀਆਂ ਕੁੜੀਆਂ ਚੁੱਕ ਕੇ ਲੈ ਜਾਂਦੇ ਨੇ ਬਾਹਰਲੇ ਈਰਾਨ ਇਰਾਕ ਦੇ ਹਮਲਾਵਰ, ਅਬਦਾਲੀ ਬਾਅਦ ਵਿੱਚ ਆਏ ਨੇ। ਤਾਂ ਸਤਿਗੁਰੂ ਜੀ ਜਦੋਂ ਗ੍ਰਸਤੀ ਔਰ ਕਿਰਤ ਨੂੰ ਪ੍ਰਮੋਟ ਕਰਦੇ ਹੋਏ ਦੇਸ਼ ਨੂੰ ਬਚਾ ਰਹੇ ਨੇ ਤੇ ਕਹਿ ਰਹੇ ਨੇ ਕਿ ਗੁਰਮਤ ਨੂੰ ਜੁਆਇਨ ਕਰੋ, ਕਿਉਂਕਿ ਰਵਿਦਾਸ ਜੀ, ਕਬੀਰ ਸਾਹਿਬ, ਨਾਮਦੇਵ ਜੀ, ਫਰੀਦ ਸਾਹਿਬ, ਸਾਰੀਆਂ ਜਿਹੜੇ ਤੁਸੀਂ ਜਿਨ੍ਹਾਂ ਨੂੰ ਮੰਨਦੇ ਹੋ, ਅਸੀਂ ਉਹਨਾਂ ਦੀ ਬਾਣੀ ਨੂੰ ਸਨਮਾਨ ਦੇ ਕੇ ਇੱਕ ਉੱਤਮ ਪੰਥ ਗੁਰੂ ਗ੍ਰੰਥ ਸਾਹਿਬ ਬਣਾਉਣ ਦੀ ਤਿਆਰੀ ਹੈ। ਤੁਸੀਂ ਯਾਦ ਰੱਖਣਾ ਕਿ ਸੰਨ 1600 ਵਿੱਚ ਜਦੋਂ ਸੁਖਮਨੀ ਸਾਹਿਬ ਲਿਖ ਕੇ ਬਾਰਨ ਸਾਹਿਬ ਵਿਖੇ, ਬਾਰਠ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੇ ਬੇਟੇ ਨੂੰ ਬਾਣੀ ਸੁਣਾਈ ਸੁਖਮਨੀ ਸਾਹਿਬ, ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ। ਤਾਂ ਜਦੋਂ ਇਹਦੇ ਵਿੱਚ ਇਹ ਸੁਣਿਆ ਜਾਂਦਾ ਹੈ ਕਿ ਕਈ ਕੋਟ ਨਾਮ ਰਸ ਪੀਵੇਂ, ਤਾਂ ਇਹ ਪੈਗਾਮ ਹੈ ਕਿ ਕਈ ਕੋਟ ਪੰਖੀ ਸਰਪ ਉਪਾਏ ਵੀ ਨੇ, ਸੰਸਾਰ ਦੀ ਨੇਚਰ ਦੀ ਭਿੰਨ ਭਿੰਨ ਦੀ ਪ੍ਰਕਿਰਤੀ ਸਿਖਾਉਂਦਿਆਂ ਸੁਣਾਉਂਦਿਆਂ ਇੱਕ ਅਸ਼ਟਪਦੀ ਵਿੱਚ ਗੁਰੂ ਨਾਨਕ ਸਾਹਿਬ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਦੇ ਪਿੱਛੇ ਕੁਝ ਛੁਪਿਆ ਹੋਇਆ ਹੈ ਕਿ ਆਤਮਾ ਅਲੋਮ ਵਿਲੋਮਾਂ ਨਾਲ ਪ੍ਰਕਾਸ਼ਿਤ ਨਹੀਂ ਹੁੰਦੀ, ਗੁਰਮਤਿ ਨੂੰ ਧਾਰਨ ਕਰਨ ਨਾਲ ਹੁੰਦੀ ਹੈ। ਤਾਂ ਅੱਜ ਜੋ ਅਸੀਂ ਪਿਛਲੇ 4 ਪਦੇ ਕੀਤੇ ਸਨ, ਉਸ ਕਨੈਕਟੀਵਿਟੀ ਵਿੱਚ ਫਿਰ ਦੁਬਾਰਾ ਹੋਕਾ ਦਿੱਤਾ ਹੈ ਕਿ ਇੱਕ ਅਸ਼ਟਪਦੀ, ਇੱਕ ਪਦਾ ਚੇਨ ਦੀ ਤਰ੍ਹਾਂ ਜੁੜਿਆ ਹੋਇਆ ਹੈ ਸਟੈਪ ਵਾਈਜ਼, ਤੇ ਇਹ ਪੂਰੀ ਇੱਕ ਬਖਸ਼ਿਸ਼ ਹੈ, ਵਿਦਿਆ ਹੈ। ਹਰ ਬੰਦਾ ਅਲੱਗ-ਅਲੱਗ ਤਰੀਕੇ ਨਾਲ ਐਕਸਪ੍ਰੈਸ ਕਰਕੇ ਕੋਈ ਸਹੀ ਹਾਈ ਰੋਡ ਤੇ ਜੀਟੀ ਰੋਡ ਤੇ ਸਾਨੂੰ ਨਹੀਂ ਪਾ ਸਕਦਾ। ਜਿਹੜੀਆਂ ਉੱਚ ਕੋਟੀ ਦੀਆਂ ਪਰੰਪਰਾਵਾਂ ਵਿੱਚ ਪੁਰਾਣੇ ਮਹਾਂਪੁਰਸ਼ ਬ੍ਰਹਮ ਗਿਆਨੀ ਪ੍ਰਚਾਰਕ ਹੁੰਦੇ ਸਨ, ਉਹਨਾਂ ਦੇ ਕੋਲ ਹੀ ਇੱਕ ਸਹੀ ਰੇਲੀਜ਼ ਦੇ ਉੱਪਰ ਟਰੈਕ ਨੂੰ, ਪਹੀਏ ਨੂੰ ਫਿੱਟ ਕਰਨ ਦੀ ਆਰਟ, ਬਖਸ਼ਿਸ਼ ਕਲਾ ਹੁੰਦੀ ਹੈ, ਸ਼ਬਦ ਅਰਥ ਨਾਲ ਨਹੀਂ ਹੁੰਦੀ। ਦਾਸ ਫਿਰ ਦੁਬਾਰਾ ਪੈਗਾਮ ਦੇ ਰਿਹਾ ਹੈ ਕਿ ਜੇ 7ਵੀਂ 8ਵੀਂ 9ਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ ਆਪਣੇ ਟੀਚਰਸ ਨੂੰ ਹਾਈਲਾਈਟ ਕਰ ਰਹੀ ਹੈ ਤੇ ਉਹਨਾਂ ਦੇ ਗੁਣ ਦੱਸ ਰਹੀ ਹੈ। ਸਾਧੂ ਕੈਸੇ ਹੁੰਦੇ ਨੇ? ਗੁਰੂ ਨਾਨਕ ਦੇ ਹੀ ਓਨਲੀ, ਹੋਰ ਕੋਈ ਸਾਧੂ ਜਾਂ ਸੰਤ ਨਹੀਂ ਹੈ ਜਦੋਂ ਤੱਕ ਗੁਰਬਾਣੀ ਦਾ ਤੱਤਵ ਕਿਸੇ ਮਹਾਂਪੁਰਸ਼ ਬ੍ਰਹਮ ਗਿਆਨੀ ਤੋਂ ਨਹੀਂ ਲੈਂਦਾ। ਫਿਰ ਸੰਤ, ਫਿਰ ਬ੍ਰਹਮ ਗਿਆਨੀ ਸਾਡੇ ਗੁਰਮਤਿ ਦੇ ਨੇ, ਉਹਨਾਂ ਦਾ ਸੁਨੇਹਾ ਹੈ ਕਿ ਆਓ ਜੁਆਇਨ ਕਰੋ। ਤਾਂ ਫਿਰ ਇੱਥੇ ਅੱਜ ਅਸੀਂ ਟਾਈਮ ਦੀ ਕਮੀ ਕਰਕੇ 5ਵੇਂ ਪਦੇ ਨੂੰ ਲੈਂਦੇ ਹਾਂ, ਸੰਗ ਨਾ ਚਾਲਸ ਤੇਰੇ ਧਨਾ। ਇਹ ਇਨਸਾਨ ਇਤਨੇ ਸਾਰੇ ਪੈਸੇ ਕਮਾ ਕੇ ਤੇਰੇ ਨਾਲ ਨਹੀਂ ਜਾਏਗਾ, ਇੱਥੇ ਹੀ ਰਹਿ ਜਾਏਗਾ, ਪਰ ਤੇਰੀ ਅਵਸਥਾ ਨਹੀਂ ਹੈ ਸਮਝਣ ਦੀ। 5ਵਾਂ ਪਦਾ ਸ਼ੁਰੂ ਹੋ ਗਿਆ ਨਾ 19ਵੀਂ ਅਸ਼ਟਪਦੀ ਦਾ, ਤੂੰ ਕਿਆ ਲਪਟਾਵੇਂ ਮੂਰਖ ਮਨਾ। ਹੁਣ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਜਾਮੇ ਵਿੱਚ ਕਹਿ ਰਹੇ ਨੇ, ਹੇ ਮੇਰੇ ਮੂਰਖ ਮਨ, ਕਿਉਂ ਲੰਪਟ ਹੋਇਆ ਹੈ ਇੰਨੇ ਪੈਸੇ ਇਕੱਠੇ ਕਰਨ ਤੇ? ਕਿਉਂ ਤੜਪ ਰਿਹਾ ਪੈਸਿਆਂ ਦੇ ਪਿੱਛੇ? ਤੇਰੇ ਨਾਲ ਇਹ ਪੈਸੇ ਨਹੀਂ ਜਾਣਗੇ।
ਫਿਰ ਅਗਲੀ ਪੰਕਤੀ 'ਚ ਕਹਿੰਦੇ ਨੇ ਸੁਤ ਮੀਤ ਕੁਟੰਬ ਅਰਬੰਤਾ। ਤੂੰ ਕਹਿੰਦਾ ਪੁੱਤਰ ਮੇਰਾ ਸੁਪੁੱਤਰ ਹੈ, ਸੁਤ ਬਹੁਤ ਅੱਛਾ ਬੇਟਾ ਹੈ, ਮੀਤ ਮੇਰੇ ਬੜੇ ਅੱਛੇ ਦੋਸਤ ਨੇ, ਮੈਂ ਉਹਨਾਂ ਦੇ ਦੋਸਤਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰ ਲਾਂਗਾ। ਕੁਟੰਬ ਕਹਿੰਦੇ ਨੇ ਕੁਣਬੇ ਨੂੰ, ਮੇਰਾ ਬਹੁਤ ਵੱਡਾ ਪਰਿਵਾਰ ਹੈ ਦਾਦਕਾ ਨਾਨਕਾ। ਅਰ ਬੰਨਤਾ, ਬੰਨਤਾ ਕਹਿੰਦੇ ਨੇ ਪਤਨੀ ਨੂੰ, ਮੇਰੀ ਵਹੁਟੀ ਬੜੀ ਸਿਆਣੀ ਹੈ। ਪਰ ਗੁਰੂ ਨਾਨਕ ਗੁਰੂ ਅਰਜਨ ਕਹਿੰਦੇ ਨੇ ਨਹੀਂ ਪਿਆਰਿਆ, ਨਾ ਤੇਰਾ ਬੇਟਾ ਤੈਨੂੰ ਕੰਮ ਆਏਗਾ, ਨਾ ਤੇਰੇ ਪੈਸੇ, ਨਾ ਤੇਰੇ ਦੋਸਤ, ਨਾ ਤੇਰਾ ਕੁਣਬਾ ਤੇ ਨਾ ਤੇਰੀ ਸਿਆਣੀ ਵਹੁਟੀ। ਇਨ ਤੇ ਕਹੋ ਤੁਮ ਕਵਨ ਸਨਾਥ। ਕਵਨ ਸਨਾਥਾ ਦਾ ਮਤਲਬ ਹੈ, ਸਨਾਥਾ ਦਾ ਮਤਲਬ ਹੈ ਕਨੈਕਟਿਡ। ਤੂੰ ਦੱਸ ਤੇ ਸਹੀ ਇਹਨਾਂ ਦੇ ਨਾਲ ਭਲਾ ਤੇਰਾ ਕਿਸ ਚੀਜ਼ ਦਾ ਕਨੈਕਸ਼ਨ ਹੈ, ਰਿਲੇਸ਼ਨ ਹੈ? ਕੁਛ ਨਹੀਂ ਲੱਗਦੇ। ਤੂੰ ਸਿਰਫ ਗੁਰੂ ਮਤ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਦੀ ਉਸ ਪਵਿੱਤਰ ਵਿਚਾਰਧਾਰਾ ਨੂੰ ਵਿਦਿਆ ਦੀ ਸ਼ਕਲ ਵਿੱਚ ਸਿੱਖ ਬਣ ਕੇ, ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਨੂੰ ਧਾਰਨ ਕਰ। ਉਦੋਂ ਅੰਗਰੇਜ਼ਾਂ ਵਾਲੇ ਸਕੂਲ ਔਰ ਮੁਸਲਮਾਨੀ ਤਹਿਜ਼ੀਬ ਦੇ ਸਕੂਲਾਂ ਦਾ ਜ਼ਿਕਰ ਨਹੀਂ ਹੈ, ਇਹ ਧਰਮਸ਼ਾਲਾਵਾਂ ਦਾ ਜ਼ਿਕਰ ਹੈ। ਗੁਰਦੁਆਰੇ ਹੀ ਧਰਮਸ਼ਾਲਾਵਾਂ ਬਣੇ। ਕਿਰਤੀ ਮਿਹਨਤੀ ਲੋਕ ਅੰਮ੍ਰਿਤ ਵੇਲੇ ਉੱਠ ਕੇ ਇੱਕ ਪੈਸਾ, ਇੱਕ ਕੌਡੀ ਅਗਰ ਭਾਗ ਰੱਖਦੇ ਸਨ, ਉਹਦੇ ਨਾਲ ਗਰੀਬ ਲੋਕ ਖੇਤਾਂ ਵਿੱਚ ਕੜਾ ਪ੍ਰਸ਼ਾਦ ਲਿਜਾ ਕੇ ਜੋ ਸਵੇਰੇ ਕੀਰਤਨ ਕਥਾ ਸੁਣਦੇ ਸਨ ਧਰਮਸ਼ਾਲਾ ਗੁਰਦੁਆਰੇ 'ਚੋਂ, ਉਹਦੇ ਨਾਲ ਇਹ ਸਕੂਲ ਚੱਲਦਾ ਸੀ। ਐਕਚੁਅਲੀ ਗੁਰਦੁਆਰਾ ਹੀ ਸਕੂਲ ਸੀ। ਹੁਣ ਅਸੀਂ ਸੋਚਦੇ ਹਾਂ ਸਕੂਲ ਕੋਈ ਹੋਰ ਚੀਜ਼ ਹੈ। ਜਦੋਂ ਦੇਸ਼ ਵਿੱਚ ਸਾਰੇ ਸਕੂਲ ਖਤਮ ਹੋ ਗਏ ਬਾਹਰਲੇ ਹਮਲਾਵਰਾਂ ਨਾਲ, ਤੇ ਗੁਰੂ ਨਾਨਕ ਦੇ ਇਹ ਗੁਰਦੁਆਰੇ ਹੀ ਸਕੂਲ ਬਣੇ, ਧਰਮਸ਼ਾਲਾਵਾਂ ਬਣੀਆਂ। ਤੇ ਬਾਬਾ ਜੀ ਕਹਿੰਦੇ ਨੇ ਰਾਜ ਰੰਗ ਮਾਇਆ ਵਿਸਤਾਰ, ਕਿ ਰਾਜ ਦੇ ਰੰਗ ਵਿੱਚ ਰੰਗਿਆ ਹੋਇਆ ਰਾਜਾ ਬਣਨ ਦੀ ਕੋਸ਼ਿਸ਼ ਕਰਨ ਵਾਲਿਆ, ਮਾਇਆ ਦੇ ਵਿੱਚ ਤੂੰ ਬੜਾ ਵਿਸਥਾਰ ਕਰ ਰਿਹਾ ਹੈ। ਜਗ੍ਹਾ ਜਗ੍ਹਾ ਤੇ ਆਪਣੀਆਂ ਬ੍ਰਾਂਚਿਸ, ਆਪਣੇ ਯੂਨਿਟਸ ਖੋਲ ਰਿਹਾ ਹੈ। ਕੁਛ ਨਹੀਂ ਮਿਲੇਗਾ। ਇਨ ਤੇ ਕਹੋ ਕਵਨ ਛੁਟਕਾਰ। ਗੁਰੂ ਅਰਜਨ ਦੇਵ ਜੀ ਕੁਐਸਚਨ ਕਰਦੇ ਨੇ, ਭਲਾ ਦੱਸੋ ਤੇ ਸਹੀ ਇਹਨਾਂ ਤੋਂ ਕਿਵੇਂ ਛੁਟੇਗਾ? ਇਨ ਤੇ ਕਹੋ, ਆਪ खुद बताओ कवन छुटकार, कैसे छूटोगे प्यारे? ये तो नहीं छुड़ा सकेंगे, ना पैसे, ना रिश्तेदार और ना रुतबा। हुण कोठियां कारां दा जिक्र है। अस हस्ती रथ असवारी। अज असी वड्डियां वड्डियां गड्डियां ते चलदे आ ना, उदों अस कहंदे ने अश्व नूं, हस्ती कहंदे ने हाथियां नूं। जदों कारां नहीं सन हुंदियां तां सतगुरु जी हाथियां घोड़ियां दी रथ असवारी दा सुनेहा दे रहे ने। झूठा डंफ झूठ पसारे। प्यारिओ, ये झूठा जिहा एक पखंड है। मेरे को इन्नियां गड्डियां। झूठा डंफ दा मतलब है दिखावा, होछापन, पखंड, झूठ पासारी। तू क्यों प्रसारण करदा है इंसान? मेरे को इन्नियां गड्डियां ने वधिया वधिया। नाल बोलो, जिन दिए तिस बुझे ना बेगाना। जिस वाहिगुरु जी ने कोठियां कारां हाथी घोड़े रथ दिते, उस नूं ते तू बुझना नहीं चाहता। अपनी अकल नाल ते कोई नहीं खरीद के लियाया। वाहिगुरु जी ने बख्शिश कर दी, आ गई। सिस्टम सरकमस्टेंसिस बदल गए। प्यो दादे गरीबी विच जीवन कटदे रहे कंजूसियां नाल, साइकिलां ते पैदल चलते रहे। ते फिर ਉਹ ਕੰਜੂਸੀਆਂ ਦੇ ਪੈਸੇ ਜੋ ਗਰੀਬਾਂ ਵਿੱਚ ਵੰਡੀਣੇ ਸਨ ਗੁਰਮਤ ਦੇ ਨਾਲ ਲੰਗਰ ਛਕਾ ਕੇ, ਉਹ ਐਫਡੀਆਂ ਦੀ ਸ਼ਕਲ ਵਿੱਚ ਪੁੱਤਰ ਪੋਤਰੇ ਝੂਠਾ ਡੰਫ ਝੂਠ ਪਸਾਰੀ ਵਿੱਚ ਬਾਬਾ ਜੀ ਕਹਿ ਰਹੇ ਨੇ, ਜਿਸ ਨੇ ਤੈਨੂੰ ਦਿੱਤੇ ਸਿਸਟਮ ਬਣਾ ਕੇ, ਤਿਸ ਬੁਝੇ ਨਾ ਬੇਗਾਨਾ। ਉਹ ਰੱਬ ਤੋਂ ਬੇਗਾਨਿਆ, ਰੱਬ ਨਾਲ ਨਾ ਜੁੜਿਆ, ਉਹਨੂੰ ਤੇ ਨਹੀਂ ਸਮਝਿਆ ਤੂੰ ਕਦੀ ਟਾਈਮ ਕੱਢ ਕੇ ਕਿ ਜਿਹਨੇ ਤੈਨੂੰ ਕਿਸ
ਮਿਹਰਬਾਨੀ ਵਿੱਚ ਇੰਨੇ ਪੈਸੇ ਦਿੱਤੇ। ਨਾਲ ਬੋਲੋ, ਨਾਮ ਵਿਸਾਰ, ਨਾਮ ਵਿਸਾਰ ਨਾਨਕ ਪਛਤਾਨਾ। ਤਾਂ ਸਾਧ ਸੰਗਤ ਆਪ ਖੁਦ ਵਿਵੇਕ ਵਿੱਚ ਇਨਸਾਫ ਕਰੋ ਨਾ, ਕਿ ਸੁਣਿਆ ਆ ਗਿਆ ਨਾ, ਪਦਾ ਪੰਜਵਾਂ ਖਤਮ ਹੋਇਆ ਕਿ ਨਾਨਕ ਜੀ ਕਹਿੰਦੇ ਨੇ, ਉਹ ਚੱਲਿਓ ਨਾਮ ਨੂੰ ਵਿਸਾਰਿਆ ਹੋਇਆ ਜੇ ਨਾ, ਤਾਂ ਪਛਤਾਣਾ ਪੈ ਰਿਹਾ। ਡਿਊਐਲਿਟੀ, ਡਬਲ ਸਟੈਂਡਰਡ, ਇੱਧਰ ਵੀ ਕਿਸ਼ਤੀ ਵਿੱਚ ਤੇ ਉੱਧਰ ਵੀ, ਦੋ ਕਿਸ਼ਤੀਆਂ ਦਾ ਸਵਾਰ ਤੇ ਨਹੀਂ ਨਾ ਕਦੀ ਚੱਲ ਸਕਦਾ, ਡੁੱਬ ਜਾਂਦਾ। ਬਾਬਾ ਜੀ ਕਹਿੰਦੇ ਨੇ ਨਾਮ ਨੂੰ ਨਾ ਵਿਸਾਰੋ, ਗੁਰਮਤ ਨੂੰ ਧਾਰਨ ਕਰੋ। ਇਹ ਹੈ ਸੁਨੇਹਾ, ਪੈਗਾਮ। ਗੁਰਮਤ ਕੀ ਹੈ? ਇਹੀ ਗੁਰਦੁਆਰੇ ਦੀ ਆਈਡੀਓਲੋਜੀ। ਤਾਂ ਬਾਬਾ ਜੀ ਕਹਿੰਦੇ ਨੇ ਪਛਤਾਣਾ ਪਏਗਾ, ਨਾਮ ਦੀ ਵਿਦਿਆ ਨੂੰ ਲੈ ਲਓ, ਨਹੀਂ ਤੇ ਇਹਨਾਂ ਆਸਰਿਆਂ ਨੂੰ ਪਹੁੰਚ ਨਹੀਂ ਸਕੋ। ਤਾਂ 6ਵਾਂ ਪਤਾ ਕੀ ਸ਼ੁਰੂ ਹੋ ਰਿਹਾ ਹੈ? ਗੁਰ ਕੀ ਮਤ ਤੂੰ ਲੈ ਇਆਨੇ। ਮਨੁੱਖ ਨੂੰ ਇਆਣਾ ਕਿਹਾ ਹੈ? ਨਲਾਇਕ, ਝੱਲਾ, ਨਿਆਣਾ। ਪਿਆਰਿਆ, ਗੁਰੂ ਨਾਨਕ ਦੀ ਮਤ ਨੂੰ, ਗੁਰੂ ਵਿਚਾਰਧਾਰਾ, ਗੁਰੂ ਵੇ ਆਫ ਲਾਈਫ ਨੂੰ ਗ੍ਰਹਿਣ ਕਰ। ਬਹੁਤ ਵੱਡੀ ਹੈ ਗੁਰੂ ਮਤ। ਸਾਰਾ ਗੁਰੂ ਗ੍ਰੰਥ ਸਾਹਿਬ ਰਟਨ ਜਪਣ ਨਾਲ ਨਹੀਂ, ਕਿਸੇ ਅੱਛੇ ਟੀਚਰ ਤੋਂ, ਭਾਈ ਸਾਹਿਬਾਨ ਤੋਂ ਸਮਝਣ ਨਾਲ ਕਿ ਗੁਰਮਤ ਕੀ ਹੁੰਦੀ ਹੈ। ਗੁਰ ਕੀ ਮਤ ਤੂੰ ਲੈ ਇਆਣੇ। ਇਹ ਚੱਲੇ ਮਨੁੱਖ, ਤੂੰ ਸਿੱਖੀ ਨੂੰ ਧਾਰਨ ਕਰ, ਗੁਰੂ ਸਿੱਖੀ ਨੂੰ, ਗੁਰਮਤ ਨੂੰ ਧਾਰਨ ਕਰ। ਨਹੀਂ ਤਾਂ ਕੀ ਹੋਏਗਾ? ਨਾਲ ਬੋਲੋ, ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤ ਬਿਨਾ ਬਹੁ ਡੂਬੇ ਸਿਆਣੇ। ਕਹਿੰਦੇ ਨੇ ਪਿਆਰ ਕਰਨ ਦੀ, ਪ੍ਰੇਮਾ ਭਗਤੀ ਤੋਂ ਬਿਨਾ ਬੜੇ ਸਿਆਣੇ ਲੋਕ ਡੁੱਬਦੇ ਹੋਏ ਅਸੀਂ ਦੇਖੇ ਨੇ। ਡੁੱਬ ਜਾਓਗੇ ਚੱਲਿਓ, ਪੈਸਿਆਂ ਨੂੰ ਛੱਡ ਦਿਓ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਪਿਆਰਿਓ, ਵਾਹਿਗੁਰੂ ਜੀ ਦੀ ਭਗਤੀ ਪਿਆਰ ਦੇ ਵਿੱਚ ਹੀ ਹੁੰਦੀ ਹੈ। ਹੋਰ ਭਗਤੀ ਦਾ ਕੋਈ ਵੱਖਰਾ ਸ਼ਕਲ ਨਹੀਂ ਹੁੰਦੀ। ਨਾ ਜਨੇਊ ਮੱਲ ਪਾਉਣ ਨਾਲ, ਨਾ ਸੁਆਹ ਪਾਉਣ ਨਾਲ ਪਿੰਡੇ ਤੇ, ਨਾ ਸੋਹਣੇ ਸੋਹਣੇ ਕੱਪੜੇ ਪਾਉਣ ਨਾਲ। ਭਗਤੀ ਤੇ ਪਿਆਰ ਨੂੰ ਕਹਿੰਦੇ ਨੇ, ਸਟ੍ਰੇਟ ਫਾਰਵਰਡਨੈਸ, ਟਰੂਥਫੁਲ ਨੂੰ ਕਹਿੰਦੇ ਨੇ, ਡਿਊਟੀ ਨੂੰ ਕਹਿੰਦੇ ਨੇ। ਲੋਕਾਂ ਨੂੰ ਪਾਣੀ ਪਿਲਾਓ, ਲੋਕਾਂ ਦਾ ਦੁੱਖ ਵੰਡੋ, ਘਰ ਘਰ ਜਾ ਕੇ ਬੁੱਢਿਆਂ ਨੂੰ, ਬਜ਼ੁਰਗਾਂ ਨੂੰ ਸਾਈਕੋਲੋਜੀਕਲੀ ਟ੍ਰੀਟਮੈਂਟ ਦਿਓ, ਉਹਨਾਂ ਨੂੰ ਕੁੱਟੋ। ਇਹ ਇਹਦਾ ਨਾਮ ਹੈ ਭਗਤੀ। ਕਿ ਮਾਲਾ ਨੂੰ ਭਗਤੀ ਕਹਿੰਦੇ ਨੇ? ਦੱਸੋ, ਮਾਲਾ ਨੂੰ ਭਗਤੀ ਕਹਿੰਦੇ ਨੇ? ਤਿਲਕ, ਜਨੇਊ ਕੁਛ ਨਹੀਂ, ਖੰਡੇ ਕਿਰਪਾਨਾਂ ਕੁਛ ਨਹੀਂ। ਸਤ ਸੰਗਤ, ਚਿੰਨ੍ਹਾਂ ਦਾ ਅਭਿਮਾਨ ਨਹੀਂ ਕਰਨਾ ਚਾਹੀਦਾ। ਹਰ ਕੀ ਭਗਤ ਕਰੋ ਮਨ ਮੀਤ। ਹੈ ਮੇਰੇ ਮਨ ਮਿੱਤਰ, ਗੁਰਬਾਣੀ ਕਹਿ ਰਹੀ ਹੈ ਪਿਆਰ ਕਰਨਾ। ਪਿਆਰ ਹੀ ਵਾਹਿਗੁਰੂ ਜੀ ਦੀ ਭਗਤੀ ਹੈ। ਤਾਂ ਜੇ ਨਾਲ ਬੋਲੋ, ਨਿਰਮਲ ਹੋਏ ਤੁਮਾਰੋ ਚੀਤ। ਬੋਲੋ ਨਾ, ਨਿਰਮਲ ਹੋਏ ਤੁਮਾਰੋ ਚੀਤ। ਹਾਂ, ਤੁਹਾਡਾ ਜਿਹੜਾ ਚਿੱਤ ਹੈ ਨਾ, ਮਨ ਬੁੱਧੀ ਆਤਮਾ ਤੋਂ ਪਰੇ ਅੰਤਿਸ਼ਕਰਨ ਦੇ ਵਿੱਚ, ਉਹ ਨਿਰਮਲ ਹੋ ਜਾਏਗਾ ਪਿਆਰ ਕਰਨ ਨਾਲ। ਚਰਨ ਕਮਲ ਰਾਖੋ ਮਨ ਮਾਹੇ। ਚਰਨ ਕਮਲ ਦਾ ਪਿਛਲੀ ਵਾਰੀ ਵੀ ਦੱਸਿਆ ਹੈ ਸਾਧ ਸੰਗਤ, ਕੋਈ ਸ਼ੱਕ ਨਹੀਂ। ਸਤਿਗੁਰੂ ਜੀ ਦੇ ਚਰਨ ਧੋਏ ਧੋਏ ਪੀਓ, ਪਰ ਪ੍ਰਸਾਦ ਕੋ ਆਪਣਾ ਜੀਓ। ਗੁਰਮੁਖਾਂ ਸਾਧੂਆਂ ਦੇ ਵੀ ਚਰਨਾਂ ਦਾ ਜ਼ਿਕਰ ਹੈ ਗੁਰਬਾਣੀ ਦੇ ਵਿੱਚ, ਪਰ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ। ਕੀ ਦਸੀਏ ਕਿ ਚਰਨ ਕਮਲ ਕੀ ਹੁੰਦਾ ਹੈ? ਖਾਲੀ ਪੈਰ ਨਹੀਂ। ਜਿਹੜਾ ਗੁਪਤ ਸ਼ਬਦ ਰੂਪੀ ਰਹੱਸਵਾਦੀ ਆਤਮਿਕ ਉਪਦੇਸ਼ ਹੁੰਦਾ ਹੈ, ਉਸ ਦਾ ਨਾਂ ਹੈ ਚਰਨ ਕਮਲ। ਸੱਚ ਹੈ, ਸੱਚ ਹੈ, ਇਹਨੂੰ ਗ੍ਰਹਿਣ ਕਰਨ 'ਚ ਟਾਈਮ ਲੱਗਦਾ ਹੈ। ਕਿਸੇ ਦੇ ਪੈਰਾਂ ਨੂੰ ਹਿਰਦੇ 'ਚ ਧਾਰਨ ਕਰ ਲਓ ਤੇ ਚਲੋ ਕਰ ਲਓ, ਪਰ ਦਾਸ ਮੂਲ ਮੰਤਰ ਦੇ ਚਰਨ ਕਮਲ ਨੂੰ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਉਪਦੇਸ਼ ਗੁੱਜੇ ਵਿਧੀ, ਇਹ ਮੈਸੇਜ ਪੈਗਾਮ ਹੈ ਕਿ ਜਿਹੜਾ ਮੂਲ ਮੰਤਰ ਦਾ ਰਹੱਸ ਹੈ, ਉਸ ਨੂੰ ਜਾਣਨ ਵਾਸਤੇ ਖਿੱਚ ਪਾ ਰਹੇ ਨੇ, ਤਾਂ ਜੇ ਜਨਮਾਂ ਜਨਮਾਂ ਦੇ ਪੁਰਾਣੇ ਕਿਲ ਵਿਖ ਕਹਿੰਦੇ ਨੇ, ਕਿੱਲਾਂ ਜ਼ਹਿਰ ਵਿੱਚ ਖੁੱਬੀਆਂ ਹੋਈਆਂ, ਚੁੱਭੀਆਂ ਪਈਆਂ ਨੇ ਧੀਆਂ ਪੁੱਤਰਾਂ ਦੀਆਂ।
ਧਨ ਦੌਲਤ ਦੀ। ਜਦੋਂ ਕਿਲ ਜ਼ਹਿਰ ਨਾਲ ਚੁੱਭੇ ਹੋਏ ਤੰਗ ਕਰਦੇ ਹੋਣ ਜੀਵਨ ਵਿੱਚ, ਕਹਿੰਦੇ ਨੇ ਜਨਮਾਂ ਜਨਮਾਂ ਦੇ ਕਿਲ ਵੀ ਖਤਮ ਹੋ ਜਾਣਗੇ। ਤੂੰ ਸ਼ਬਦ ਦੇ ਮੂਲ ਮੰਤਰ ਨੂੰ ਗੁਰੂ ਸੰਤ ਜਨਾਂ ਤੋਂ, ਭਾਈ ਸਾਹਿਬਾਨ ਤੋਂ ਧਾਰਨ ਕਰ। ਆਪ ਜਪੋ ਅਵਰਾ ਨਾਮ ਜਪਾਵੋ। ਇਹ ਮਨੁੱਖ, ਆਪ ਤੇ ਤੂੰ ਸਿਮਰਨ ਕਰਨਾ ਹੀ ਹੈ ਮੂੰਹ ਚੋਂ, ਰਸਨਾ ਤੋਂ, ਤੇ ਲੋਕਾਂ ਨੂੰ ਜ਼ਰੂਰ ਕਰਾਣਾ। ਦੇਖੋ ਗੁਰਬਾਣੀ ਵਿੱਚ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਖੰਡਨ ਹੈ ਤੇ ਮੰਡਨ ਕੀ ਹੈ? ਖੰਡਨ ਹੈ ਕਿ ਕ੍ਰਿਟਿਸਾਈਜ਼ ਕੀਤਾ ਹੈ ਜਪਾਂ ਨੂੰ, ਤੇ ਮੰਡਨ ਕੀ ਹੈ? ਪ੍ਰਮੋਟ ਵੀ ਕੀਤਾ। ਤਾਂ ਜਦੋਂ ਰਸਨਾ ਦੇ ਦੁਆਰਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਹਰੇ ਹਰੇ ਨੂੰ ਪ੍ਰਮੋਟ ਕਰਨ ਵਾਸਤੇ ਬਾਬਾ ਜੀ ਕਹਿੰਦੇ ਨੇ, ਸੁਨਤ ਕਹਿਤ ਰਹਿਤ ਗਤ ਪਾਵੋ। ਇਹ ਦੁਨੀਆ ਦੇ ਲੋਕੋ, ਤੁਸੀਂ ਪ੍ਰਾਪਤ ਕਰ ਸਕਦੇ ਹੋ ਕਦੋਂ? ਜਦੋਂ ਤੁਸੀਂ ਜਪੋਗੇ ਤੇ ਜਪਾਓਗੇ। ਸਿੱਖ ਸਮਾਜ ਕਿੱਥੇ ਫਸ ਗਿਆ ਕਿ ਗੁਰਬਾਣੀ ਦੀਆਂ ਤੁਕਾਂ ਨੂੰ ਕੰਠ ਕਰਨ ਨੂੰ ਤੇ ਜਪ ਨਹੀਂ ਕਹਿੰਦਾ, ਤੇ ਨਾ ਹੀ ਉਹਦੀ ਵਿਆਖਿਆ ਨੂੰ ਜਪ ਕਹਿੰਦਾ, ਇੱਕ ਅੱਖਰ ਦੇ ਰਟਨ ਨੂੰ ਜਪ ਕਹਿੰਦਾ। ਪਰ ਗੁਰਬਾਣੀ ਇੱਥੇ ਕੀ ਕਹਿ ਰਹੀ ਹੈ ਕਿ ਗੁਰਬਾਣੀ ਦੀ ਪੰਕਤੀ ਨੂੰ ਆਪ ਰਿਅਲਾਈਜ਼ ਕਰੋ ਸੰਗਤ ਵਿੱਚ ਗੁਰਮੁਖ ਮਹਾਂਪੁਰਸ਼ਾਂ ਤੋਂ, ਉਹਦੀ ਐਕਸਪ੍ਰੈਸ਼ਨ ਤੇ ਕਲੈਰਿਟੀ ਨੂੰ, ਤੇ ਦੂਜਿਆਂ ਦੇ ਕੋਲੋਂ ਉਹ ਸਿਫਤ ਕਰਵਾਓ, ਤਾਂ ਜੇ ਸੁਣਦਿਆਂ ਹੋਇਆਂ ਸੁਨਤ, ਗੁਰਬਾਣੀ ਦੇ ਭਾਵ ਨੂੰ ਜਿਹੜਾ ਹੁਣ ਅਸੀਂ ਸਾਰੇ ਸੁਣ ਰਹੇ ਹਾਂ, ਕਹਿਤ ਉਹਦੀ ਵਡਿਆਈ ਕਰਨ ਨਾਲ, ਰਹਿਤ ਆਪਣਾ ਵੇ ਆਫ ਲਾਈਫ ਬਣਾਉਣ ਨਾਲ, ਪ੍ਰੇਜ਼ ਸੁਣੋ ਤੇ ਪ੍ਰੇਜ਼ ਕਰੋ। ਜਿਵੇਂ ਚਿੱਕੜ ਟੋਬਿਆਂ ਵਿੱਚੋਂ ਪ੍ਰੇਜ਼ ਬੱਦਲ ਬਣ ਕੇ ਵਸਦੀ ਹੈ, ਤੇ ਇਸ ਕਲੈਰਿਟੀ ਨੂੰ ਦੂਜਿਆਂ ਨੂੰ ਵੀ ਸੁਣਾਓ ਕਿ ਗ੍ਰੈਵਿਟੇਸ਼ਨ ਨਾਲ ਸਾਡੇ ਪਲੈਨਟਸ ਚੱਲ ਰਹੇ ਨੇ। ਜੇ ਵਾਹਿਗੁਰੂ ਜੀ ਗ੍ਰੈਵਿਟੇਸ਼ਨ ਨਾ ਪਾਉਂਦੇ ਤੇ ਪਲੈਨਟਸ ਇੱਕ ਸਿਸਟਮ ਵਿੱਚ ਗੈਲੈਕਸੀ ਬਣ ਕੇ ਘੁੰਮ ਸਕਦੇ। ਜੇ ਵਾਹਿਗੁਰੂ ਜੀ ਸਾਡੇ ਸਰੀਰਾਂ ਦੇ ਵਿੱਚ ਇਹ 9 ਪ੍ਰਣਾਲੀਆਂ ਦਾ ਏਕੀਕਰਨ ਨਾ ਕਰਦੇ ਕਿ ਸ਼ਵਾਸ ਪ੍ਰਣਾਲੀ ਡਾਈਜੈਸ਼ਨ ਦੇ ਨਾਲ ਕਨੈਕਟਡ ਹੈ ਇੱਕ ਓਂਕਾਰ ਬਣ ਕੇ, ਤਾਂ ਦੱਸੋ ਇਸ ਨੂੰ ਸੁਣਨ ਤੇ ਕਹਿਣ ਦੇ ਨਾਲ ਹੀ ਤੇ ਗਤੀ ਮਿਲਦੀ ਹੈ ਨਾ, ਨਹੀਂ ਤੇ ਬੰਦਾ ਕਨਫਿਊਜ਼ਡ ਰਹਿੰਦਾ ਹੈ ਨਾ। ਇਸ ਗੱਲ ਨੂੰ ਐਕਸਪ੍ਰੈਸ ਕਰਨ ਵਿੱਚ ਟਾਈਮ ਲੱਗਦਾ ਹੈ। ਅੱਧੇ ਘੰਟੇ ਵਿੱਚ 4 ਅਸ਼ਟਪਦੀਆਂ ਦੀ ਸ਼ਬਦ ਅਰਥ ਤੇ ਹੋ ਸਕਦੀ ਹੈ, ਸਮਝ ਨਹੀਂ ਆ ਸਕਦੀ। ਸਾਰਭੂਤ ਸਤ ਹਰ ਕੋ ਨਾਮ, ਨਾਲ ਬੋਲੋ, ਸਾਰਭੂਤ ਸਤ ਕਿ ਜਿਹੜਾ ਤत्व ਹੈ, ਨਿਚੋੜ ਹੈ, ਸਾਰਭੂਤ ਹੈ, ਐਬਸਟ੍ਰੈਕਟ ਆਫ ਦਾ ਨੌਲੇਜ ਹੈ, ਉਹ ਵਾਹਿਗੁਰੂ ਹਰੀ ਨਾਮ ਦੇ ਵਿੱਚ ਹੈ। ਸਿੱਖ ਸਮਾਜ ਹਰੀ ਨਾਮ ਕਿਹਨੂੰ ਸਮਝ ਰਿਹਾ ਹੈ? ਲਿਖੇ ਹੋਏ ਹਾ ਤੇ ਰੱਰੇ ਨੂੰ ਸਿਆਰੀ ਨਹੀਂ, ਇਹ ਸੰਬੋਧਨ ਕਰ ਰਿਹਾ ਹੈ ਉਸ ਐਨਰਜੀ ਨੂੰ ਚਲਾਉਣ ਵਾਲੇ ਪਰਬ੍ਰਹਮ ਜੀ ਨੂੰ, ਕਿ ਅਗਰ ਕੋਈ ਨਿਚੋੜ ਤत्व ਐਬਸਟ੍ਰੈਕਟ ਹੈ ਤੇ ਉਹ ਸਤਨਾਮ ਹੈ, ਤੇ ਸਤਨਾਮ ਪ੍ਰੀਵੇਲਿੰਗ ਹੈ। ਸਾਰਭੂਤ ਸਤ ਹਰ ਕੋ ਨਾਮ, ਪਰਮੇਸ਼ਵਰ ਦਾ ਨਾਮ ਨਾਉਨ ਨਹੀਂ ਹੈ, ਪਰਮੇਸ਼ਵਰ ਦਾ ਨਾਮ ਉਹਦੀ ਵਡਿਆਈ ਹੈ। ਅਚੰਭਾ ਹੈ ਕਿ ਡਾਈਜੈਸ਼ਨ ਕਿਵੇਂ ਹੋ ਰਹੀ ਹੈ, ਸਾਹ ਅੰਦਰ ਆਕਸੀਜਨ ਬਣ ਕੇ ਬਾਹਰ ਕਾਰਬਨ ਬਣ ਕਿਵੇਂ ਨਿਕਲ ਰਿਹਾ ਹੈ, ਕਿਉਂਕਿ ਸਿਸਟਮ ਤੇ ਆਟੋਮੈਟਿਕ ਹੈ। ਜੇ 에ਅਰ ਪ੍ਰੈਸ਼ਰ ਆਕਸੀਜਨ ਦਾ ਅੰਦਰ ਸਭ ਕ੍ਰੀਚਰਸ ਨੂੰ ਲਿਜਾ ਰਿਹਾ ਤੇ ਸਿਫਤ ਹੈ, ਪਰ ਸਿਸਟਮ ਉਹਦੇ ਨਾਲ ਕਨੈਕਟਡ ਨੇ ਲੰਗਸ ਤੇ। ਇਹ ਹੈ ਸਤ ਕਿ ਹੈ ਅਚੰਭਾ, ਆਪਣੇ ਆਪ ਹੋ ਰਿਹਾ ਸਭ ਕੁਝ ਔਰ ਅਸੀਂ ਕਰ ਰਹੇ ਹਾਂ। ਬਾਬਾ ਜੀ ਕਹਿੰਦੇ ਨੇ, ਨਾਲ ਬੋਲੋ, ਸਹਿਜ ਸੁਭਾਏ ਨਾਨਕ ਗੁਣ ਗਾਓ। ਨਾਨਕ ਜੀ ਕਹਿੰਦੇ ਨੇ, ਉਹ ਪਿਆਰਿਓ ਸਹਿਜ ਸੁਭਾਅ ਵਿੱਚ ਗੁਰੂ ਨਾਨਕ ਦੇ ਗੁਰਦੁਆਰੇ 'ਚ ਚਲੇ ਜਾਓ ਤੇ ਭਾਈ ਸਾਹਿਬ ਜੋ ਗੁਰਮੰਤਰ ਦਾ ਰਸ ਖੋਲਣਗੇ, ਤੁਹਾਡੇ ਮੂੰਹ ਚੋਂ ਆਪਣੇ ਆਪ ਗੁਣਗਾਨ ਕੀਰਤਨ ਦੀ ਸ਼ਕਲ ਵਿੱਚ ਨਿਕਲਣਾ ਸ਼ੁਰੂ ਹੋ ਜਾਏਗਾ। ਕੀਰਤਨ ਵਾਜਾ ਮਿਊਜ਼ਿਕ ਨਹੀਂ ਹੁੰਦਾ, ਇਹੀ ਹੁੰਦਾ ਹੁਣ ਅਸੀਂ ਕੀਰਤਨ ਹੀ ਕਰਦੇ ਪਏ। ਨਾਲ ਬੋਲੋ, ਗੁਣ ਗਾਵਤ ਤੇਰੀ ਉਤਰਸ ਮੈਲ।
ਗੁਣ ਗਾਵਤ ਤੇਰੇ ਉਤਰੇ ਸਮਾਲ। ਪਿਆਰਿਓ, ਜਦੋਂ ਗੁਰੂ ਦੇ ਭਾਈ ਸਾਹਿਬਾਨ ਕੋਲ ਗੁਰਦੁਆਰੇ 'ਚ ਜਾ ਕੇ ਬਾਬਾ ਜੀ ਕਹਿੰਦੇ ਨੇ ਵਿਦਿਆ ਲਓਗੇ ਨਾ ਤੇ ਗੁਣਗਾਨ ਸ਼ੁਰੂ ਹੋ ਜਾਏਗਾ ਕਿ ਸਾਰਾ ਸਿਸਟਮ ਵਾਹਿਗੁਰੂ ਜੀ ਆਪ ਹਰੀ ਜੀ ਚਲਾ ਰਹੇ ਨੇ ਤੇ ਤੇਰੀ ਮੈਲ ਉਤਰਨੀ ਸ਼ੁਰੂ ਹੋ ਜਾਏਗੀ, ਤੂੰ ਪੈਸੇ ਕਮਾਉਣ ਤੋਂ ਰਹਿ ਜਾਏਗਾ। ਗੁਣਗਾਨ ਸ਼ੁਰੂ ਕਰ ਦੇਗਾ ਮੇਰੇ ਮਾਲਕ ਦਾ ਕਿ ਇੰਨੇ ਦਰਖਤਾਂ ਦਾ, ਇੰਨੇ ਕਰੋੜਾਂ ਟਨ ਰੋਜ਼ ਡੀਜ਼ਲ ਆਇਲ ਸੜਨ ਤੋਂ ਬਾਅਦ ਧੂਏ ਨੂੰ ਫਿਲਟਰ ਕਰਨ ਵਾਲਾ ਆਟੋਮੇਸ਼ਨ ਕਿਹਨੇ ਰੱਖਿਆ ਹੋਇਆ? ਧਰਤੀ ਦੇ ਗਰਭ ਵਿੱਚੋਂ ਕਰੋੜਾਂ ਟਨ ਤੇਲ ਰੋਜ਼ ਧੂਆਂ ਬਣ ਕੇ ਫਿਰ ਰਾਤ ਨੂੰ ਵਾਹਿਗੁਰੂ ਜੀ ਇਹਨਾਂ ਦੇ ਕੋਲੋਂ ਸਾਫ਼ ਕਰਾ ਕੇ ਤੁਹਾਨੂੰ ਫਿਰ ਆਕਸੀਜਨ ਪੇ ਦਿੰਦੇ ਨੇ। ਇਹ ਗੁਣ ਗਾਵਤ ਤੇਰੀ ਉਤਰਸ ਮੈਲ। ਤੂੰ ਜਦੋਂ ਸਿਫਤ ਕਰੇਂਗਾ ਨਾ, ਵਾਹਿਗੁਰੂ ਸ਼ੁਕਰ ਏ ਮੈਨੂੰ ਨਹੀਂ ਸੀ ਪਤਾ ਤੂੰ ਚਿਕੜਾਂ ਦੇ ਨਾਲਿਆਂ ਵਿੱਚੋਂ ਕਿਵੇਂ ਸੂਰਜ ਦੀਆਂ ਕਿਰਨਾਂ ਨਾਲ ਸਫਾਈਆਂ ਪਿਆ ਕਰਨਾ। ਬਿਨਸ ਜਾਏ ਹਉਮੈ ਬਿਖ ਫੈਲ। ਕਿਉਂ ਜੋ ਤੇਰੀ ਕੰਸੈਂਟਰੇਸ਼ਨ ਇਸ ਅਦੁੱਤੀ ਵਾਹਿਗੁਰੂ ਜੀ ਦੀ ਪ੍ਰਕਿਰਤੀ ਵਿੱਚ, ਕਰਤਾ ਦੇ ਹੁਕਮ ਵਿੱਚ ਟਿਕ ਜਾਏਗੀ ਨਾ ਗੁਰੂ ਦੇ ਸ਼ਬਦ ਦੇ ਗਿਆਨ ਨਾਲ ਭਾਈ ਸਾਹਿਬ ਤੋਂ, ਤੇ ਤੇਰੀ ਵਿਨਾਸ਼ ਹੋ ਜਾਏਗੀ ਅਹੰਕਾਰ ਕਿ ਮੈਂ ਕੁਛ ਕਰਦਾ ਪਿਆ, ਤੂੰ ਕੁਛ ਨਹੀਂ ਕਰਦਾ। ਬਿਖ ਫੈਲ, ਬਿਨਸ ਜਾਏ ਹਉਮੈ ਬਿਖ ਫੈਲ। ਵਿਨਾਸ਼ ਹੋ ਜਾਏਗੀ ਤੇਰੀ ਅਹੰਕਾਰ ਦੀ ਵਿਸ਼ ਜਿਹੜੀ ਫੈਲੀ ਹੋਈ ਹੈ ਨਾ ਕਿ ਮੈਂ ਕੁਛ ਕਰਦਾ ਪਿਆ, ਉਹਦੇ ਕੋਲ ਤੇਰੇ ਕੋਲੋਂ ਕਰਾਉਂਦਾ ਪਿਆ। ਉਹ ਜਿਹੜਾ ਤੇਰੇ ਕੋਲੋਂ ਕੁਛ ਕਰਾ ਰਿਹਾ ਹੈ ਉਸ ਵੱਲ ਧਿਆਨ ਕਰ। ਨਾਲ ਬੋਲੋ, ਹੋ ਅਚਿੰਤ ਬਸੈ ਸੁਖ ਨਾਲ। ਹੋ ਅਚਿੰਤ ਬਸੈ ਸੁਖ ਨਾਲ। ਅਚਿੰਤ ਹੋ ਜਾਏਗਾ ਜਿਉਂ ਗੁਰਦੁਆਰੇ ਵਿੱਚ ਭਾਈ ਸਾਹਿਬ ਤੋਂ ਇਸ ਗੱਲ ਨੂੰ ਸੁਨੇਗਾ ਕਿ ਵਾਹਿਗੁਰੂ ਜੀ ਸਭ ਕੁਝ ਠੀਕ ਕਰ ਰਹੇ ਨੇ, ਹੁਕਮ ਵਿੱਚ ਸਭ ਕੁਝ ਠੀਕ ਹੋ ਰਿਹਾ ਹੈ, ਤੇ ਤੂੰ ਸੁਖ ਦੇ ਵਿੱਚ ਵਸਣਾ ਸ਼ੁਰੂ ਕਰ ਦੇਂਗਾ। ਸਾਸ ਸਾਸ ਹਰ ਨਾਮ ਸੰਭਾਲ। ਨਾਲ ਬੋਲੋ, ਸਾਸ ਸਾਸ ਹਰ ਨਾਮ ਸੰਭਾਲ। ਹਰ ਸਾਹ ਵਿੱਚ ਉਸ ਪਰਮੇਸ਼ਵਰ ਨੂੰ ਜੋ ਤੇਰੇ ਸ੍ਰਿਸ਼ਟੀ ਨੂੰ ਅੰਦਰ ਤੇ ਬਾਹਰ ਹੋ ਕੇ ਚਲਾ ਰਿਹਾ ਹੈ, ਉਸ ਨੂੰ ਸੰਭਾਲ, ਉਸ ਨੂੰ ਯਾਦ ਕਰ। ਕੰਸੈਂਟਰੇਸ਼ਨ ਇਸ ਗੱਲ ਵੱਲ ਲਾ ਕਿ ਤੇਰੇ ਕਾਰਜ ਉਹੀ ਪੂਰੇ ਕਰ ਰਿਹਾ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜ਼ੂਰੇ। ਤਿਸੇ ਜਾਨ ਮਨ ਸਦਾ ਹਜ਼ੂਰੇ। ਇਹ ਮੇਰੇ ਮਨ ਪੋਜ਼ਿਟਿਵਿਟੀ ਵਿੱਚ ਲੈ ਕਿ ਤੇਰੇ ਕਾਰਜ ਉਹ ਆਪ ਪੂਰੇ ਕਰਦਾ ਪਿਆ, ਉਸ ਨੂੰ ਹਜ਼ੂਰ ਸਮਝ। ਮਨ ਜੋ ਸੋਚਦਾ ਨਾ ਉਹਨੂੰ ਸਾਰਾ ਸਿਸਟਮ ਬ੍ਰੇਨ ਤੋਂ ਵੱਖਰਾ ਹੋ ਕੇ ਨਾਭੀ ਕਮਲ ਤੋਂ ਅੰਤਸ਼ਕਰਨ ਤੋਂ ਪੂਰਨ ਕਰਨ ਵਿੱਚ ਲੱਗ ਪੈਂਦਾ ਹੈ। ਬਾਬਾ ਜੀ ਕੀ ਕਹਿੰਦੇ ਨੇ ਕਿ ਛੱਡ ਸਿਆਣਪ ਸਗਲੀ ਮਨਾ। ਸਿਆਣਪਾਂ ਛੱਡ ਦੇ ਮੇਰੇ ਮਨ, ਸਾਧ ਸੰਗ ਪਾਵੇਂ ਸੱਚ ਧਨਾ। ਸਾਧ ਸੰਗ ਦਾ ਮੀਨਿੰਗ ਲੋਕ ਇਹ ਸਮਝਦੇ ਨੇ ਕੋਈ ਹਰਿਦੁਆਰ ਰਿਸ਼ੀਕੇਸ਼ ਵਿੱਚ ਭਗਵਾ ਸਾਧੂ ਲੱਭੀਏ। ਨਹੀਂ, ਸਾਧ ਸੰਗਤ ਸਾਡੀ ਮਾਂ, ਸਾਡੇ ਪਿਤਾ ਜੀ, ਸਾਡੇ ਪਰਿਵਾਰ ਤੋਂ ਬਾਹਰ ਵੀ ਤੇ ਅੰਦਰ ਵੀ ਗੁਰਮੁਖ ਪਿਆਰੇ ਭਾਈ ਸਾਹਿਬਾਨ ਹਨ, ਛੁਪੇ ਹੋਏ ਸੰਤ ਹਨ। ਸਿੱਖ ਸਮਾਜ ਵਿੱਚ ਬਹੁਤ ਸੰਤ ਹਨ, ਉਹ ਸਾਦਾ ਲਿਬਾਸ ਪਾਉਂਦੇ ਹਨ, ਕਿਰਤੀ ਕਾਮੇ ਹਨ। ਜਦੋਂ ਤੱਕ ਸੰਤ ਨਹੀਂ ਬਣਾਂਗੇ, ਸਿਪਾਹੀ ਨਹੀਂ ਬਣਾਂਗੇ ਤੇ ਖਾਲਸਾ ਕਿਵੇਂ ਕਹਾਲਾਂਗੇ? ਬਾਬਾ ਜੀ ਕਹਿੰਦੇ ਨੇ ਪਿਆਰਿਓ, ਗੁਰਮੁਖਾਂ ਦੀ ਸੰਗਤ ਵਿੱਚ ਜਾਓ। ਸਾਧ ਸੰਗ ਗੁਰਮੁਖਾਂ ਦੀ ਸੰਗਤ ਭਾਵੇਂ ਸੱਚ ਧਨਾ। ਤੈਨੂੰ ਆਤਮਿਕ ਗਿਆਨ ਦਾ ਇੱਕ ਰਸ ਸੋਝੀ ਦਾ ਧਨ ਮਿਲ ਜਾਏਗਾ, ਸੱਚ ਧਨ ਮਿਲ ਜਾਏਗਾ। ਹਰ ਪੂੰਜੀ ਸੰਚ ਕਰੋ ਵਿਵਹਾਰ। ਸਤਸੰਗ ਗੁਰਮੁਖਾਂ ਦੇ ਵਿੱਚ ਵਾਹਿਗੁਰੂ ਜੀ ਦੀ ਗਿਆਨ ਰੂਪੀ ਆਤਮਿਕ ਉਪਦੇਸ਼ ਦੀ ਪੂੰਜੀ ਨੂੰ ਸੰਚ ਕੀ ਹੈ? ਇਕੱਤਰਿਤ ਕਰ, ਮੈਮੋਰਾਈਜ਼ ਕਰ। ਬੜੇ ਟਿਪਸ ਦਿੰਦੇ ਨੇ ਗੁਰਬਾਣੀ ਦੇ ਵਿੱਚੋਂ। ਕਰੋ ਵਿਹਾਰ। ਵਿਹਾਰ ਦਾ ਕੀ ਭਾਵ ਹੈ? ਟ੍ਰਾਂਜੈਕਸ਼ਨ ਆਫ ਵਿਊਜ਼ ਤੋਂ ਬਾਅਦ ਬਿਹੇਵੀਅਰ ਬਦਲ ਜਾਏ, ਵਿਵਹਾਰ ਬਦਲ ਜਾਏ। ਭੋਲਾ, ਨਿਮਾਣਾ, ਸਾਦਾ, ਸੱਚਾ, ਕਿਰਤੀ, ਮਿਹਨਤੀ ਇਨਸਾਨ। ਹਰ ਪੂੰਜੀ ਕਥਾ ਕੀਰਤਨ ਸ਼ਬਦ ਬਾਣੀ ਚੋਂ ਸੰਚ ਇਕੱਠਾ ਕਰਕੇ ਲੋਕਾਂ ਨਾਲ ਬਿਹੇਵੀਅਰ ਬਦਲ।
ਇਹਾਂ ਸੁਖ ਦਰਗਹਿ ਜੈਕਾਰ। ਇਸ ਜਨਮ ਵਿੱਚ ਹੁਣ ਤੇ ਤੈਨੂੰ ਸੁਖ ਮਿਲੇਗਾ ਹੀ, ਜਦੋਂ ਤੱਕ ਸਤਸੰਗ ਕਰੇਗਾ। ਤੈਨੂੰ ਸਰੀਰ ਤਿਆਗਣ ਤੋਂ ਬਾਅਦ ਵੀ ਜੈ ਜੈਕਾਰ ਹੋਏਗੀ। ਡੈਥ ਤੋਂ ਬਾਅਦ ਵੀ ਲੈ ਕੇ ਕਹਿਣਗੇ ਉਹ ਸੱਚਾ ਇਨਸਾਨ ਦੁਨੀਆ ਵਿੱਚ ਸੱਚ ਕਮਾ ਕੇ ਚਲਾ ਗਿਆ। ਗੁਰੂ ਨਾਨਕ ਦਾ ਸਰਬ ਨਿਰੰਤਰ ਏਕੋ ਦੇਖ। जो कॉन्टिन्यूटी ट्रांसफॉर्मेशन हो रही है ना, ਆਕਾਸ਼ ਦੀਆਂ ਗਲੈਕਸੀਆਂ ਬਲੈਕ ਹੋਲਾਂ ਵਿੱਚ ਜਾਂਦੀਆਂ ਪਈਆਂ ਨੇ, ਨਵਾਂ ਯੂਨੀਵਰਸ ਬਣਦਾ ਪਿਆ। ਐਸਟਰੋਇਡਸ ਮੀਟਰੋਇਡਸ ਟੁੱਟਦੇ ਪਏ ਨੇ, ਤਾਰੇ ਟੁੱਟਦੇ ਪਏ ਨੇ, ਹਨੇਰੀਆਂ ਬਣ ਕੇ ਡਸਟ ਪਾਰਟੀਕਲ ਬਣ ਕੇ ਦੂਜੇ ਪਲੈਨਟਸ ਤੇ ਡਿੱਗਦੇ ਪਏ ਨੇ। ਉਸ ਸਰਬ ਨਿਰੰਤਰ ਨੂੰ ਇੱਕ ਨੂੰ ਦੇਖ ਗੁਰੂ ਨਾਨਕ ਦੇ ਗਿਆਨ ਨਾਲ। ਕਹੋ ਨਾਨਕ ਜਾਂ ਕੈ ਮਸਤਕ ਲੇਖ। ਭਾਗਾਂ ਵਾਲੇ ਹੋਣਗੇ ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖਿਆ ਹੋਏਗਾ ਕਿ ਗੁਰਦੁਆਰੇ ਵਿੱਚ ਭਾਈ ਸਾਹਿਬਾਨ ਤੋਂ ਸਾਇੰਸ ਸਿੱਖਦੇ ਸਨ ਪਹਿਲੇ ਲੋਕ। ਏਕੋ ਜਪ ਏਕੋ ਸਾਲਾ। ਉਸ ਇੱਕ ਓਂਕਾਰ ਨੂੰ ਜੋ ਸਾਰੀ ਪ੍ਰਕਿਰਤੀ ਨੂੰ ਚਲਾ ਰਿਹਾ ਹੁਕਮ ਦੇ ਵਿੱਚ, ਕਰਤਾ ਪੁਰਖ ਨੂੰ ਇੱਕ ਨੂੰ ਯਾਦ ਕਰ ਤੇ ਇੱਕ ਦੀ ਸਿਫਤ ਕਰ। ਦੁਨੀਆ ਦੇ ਲੋਕਾਂ ਦੀ ਸਿਫਤ ਕਰਨੀ ਬੰਦ ਕਰ ਦੇ। ਏਕ ਸਿਮਰ ਏਕ ਮਨ ਆਹਾ। ਇੱਕ ਵਾਹਿਗੁਰੂ ਜੀ ਜੋ ਸਾਰੀ ਸ੍ਰਿਸ਼ਟੀ ਨੂੰ, ਕੁਦਰਤ ਨੂੰ ਚਲਾ ਰਹੇ ਨੇ, ਗੁਰੂ ਦੇ ਗਿਆਨੀ ਭਗਤਾਂ ਤੋਂ ਉਹਨੂੰ ਸਮਝ ਤੇ ਉਸ ਨੂੰ ਯਾਦ ਕਰ ਤੇ ਇੱਕ ਨੂੰ ਮਨ ਵਿੱਚ ਵਸਾ ਲੈ। ਏਕਸ ਕੇ ਗੁਣ ਗਾਓ ਅਨੰਤ। ਨਾਲ ਬੋਲੋ ਨਾ, ਏਕਸ ਕੇ ਗੁਣ ਗਾਓ ਅਨੰਤ। ਜਿਹੜਾ ਇੱਕ ਹੈ ਨਾ, ਅਨੇਕ ਬਣਿਆ ਹੋਇਆ। ਘਾਹ ਵੀ ਤੂੰ, ਪਕਸ਼ੀ ਪਰਿੰਦੇ ਵੀ ਤੂੰ, ਪਾਣੀ ਵੀ ਤੂੰ, ਜਲਸ ਵੀ ਤੂੰ, ਥਲਸ ਵੀ ਤੂੰ, ਪਤਸ ਵੀ ਤੂੰ, ਬ੍ਰਿਚਸ ਵੀ ਤੂੰ, ਅਸਮਾਨ ਵੀ ਤੂੰ। ਉਹ ਜਿਹੜਾ ਆਕਾਸ਼ ਮੰਡਲ ਵਿੱਚ ਗਗਨ ਬਣਿਆ ਹੋਇਆ ਨਾ, ਆਕਾਸ਼ ਗਗਨ ਪਾਤਾਲ ਗਗਨ, ਚਾਹੋ ਦਿਸ ਗਗਨ ਰਹਾਈ ਅਲੇ ਓਂਕਾਰ ਦੀ ਈਕੋ ਦੀ ਗੂੰਜ। ਮਨ ਤਨ ਜਾਪ ਏਕ ਭਗਵਾਨ। ਗੁਰੂ ਦੇ ਗਿਆਨੀਆਂ ਤੋਂ ਮਨ ਤੇ ਤਨ ਵਿੱਚ ਉਸ ਇੱਕ ਨੂੰ, ਗਿਆਨ ਨੂੰ ਸਮਝ ਕੇ ਉਸ ਭਗਵੰਤ ਨੂੰ ਆਪਣੇ ਮਨ ਵਿੱਚ ਵਸਾ ਲੈ, ਜੋ ਅਨੰਤ ਵਿੱਚ ਵਿਸਤੀਰਣ ਵਿੱਚ ਫੈਲਿਆ ਹੋਇਆ। ਉਸ ਦੇ ਗੁਣਗਾਨ ਸ਼ੁਰੂ ਕਰ। ਏਕੋ ਏਕ ਏਕ ਹਰ ਆਪ। ਸਾਡਾ ਮੈਸੇਜ ਕੀ 19ਵੀਂ ਅਸ਼ਟਪਦੀ 'ਚ ਪੂਰਾ ਹੋ ਰਿਹਾ ਹੈ। ਏਕੋ ਏਕ ਏਕ ਹਰ ਆਪ। ਜਿਹੜਾ ਇੱਕ ਹੈ ਨਾ, ਅਨੇਕ ਬਣਿਆ ਹੋਇਆ, ਉਹ ਆਪ ਹੈ। ਉਸ ਨੂੰ ਜਾਣਨਾ ਕਰੋ। ਪੂਰਨ ਪੂਰ ਰਹਿਓ ਪ੍ਰਭ ਵਿਆਪ। ਜਿਹੜਾ ਪੂਰਨ ਹੈ ਨਾ, ਸਾਰੇ ਅਸਮਾਨ ਦੀ ਟੋਟੈਲਿਟੀ ਨੂੰ ਐਕਸਪੈਂਡ ਕਰਨ ਵਾਲਾ ਹੁਕਮ, ਉਹ ਪੂਰਨ ਹੈ। ਪੂਰ ਰਹਿਓ ਪ੍ਰਭ ਵਿਆਪ। ਵਿਆਪਕ। ਵਿਆਪ ਦਾ ਕੀ ਭਾਵ ਹੈ? ਟੋਟਲ ਵਿਆਪਕ, ਐਸੈਮੀਲੇਟਿਡ, ਐਬਜ਼ੌਰਬਡ। ਉਸ ਪੂਰਨ ਨੂੰ, ਪੂਰ ਰਿਹਾ ਹੋਇਆ, ਜਿਹੜਾ ਸਾਰੇ ਆਕਾਸ਼ ਨੂੰ ਬੈਲੂਨ ਬਣ ਕੇ ਫੈਲਾ ਰਿਹਾ ਹੈ। ਅਨੇਕ ਵਿਸਤਾਰ ਏਕ ਤੇ ਭਏ। ਇੱਕ ਓਂਕਾਰ ਦੇ ਈਕੋ ਦੇ ਨਾਲ ਇਹ ਪਾਰਟੀਕਲਸ, ਡਸਟ ਪਾਰਟੀਕਲਸ, ਗਲੈਕਸੀਆਂ ਬਣ ਕੇ ਇੱਕ ਤੋਂ ਅਨੇਕ ਬਣੇ ਹੋਏ ਨੇ। ਸਾਰੇ ਵਿਸਤੀਰਨ, ਸਾਰੀ ਐਕਸਪਲੇਨੇਸ਼ਨ, ਸਾਰੀਆਂ ਐਕਸਪ੍ਰੈਸ਼ਨਸ, ਐਕਸਪੈਂਸ਼ਨਸ। ਏਕ ਅਰਾਧ ਪਰਾਛਤ ਗਏ। ਜਿਹੜੇ ਇਸ ਇੱਕ ਨੂੰ ਅਰਾਧਦੇ ਨੇ, ਜਿਹੜਾ ਰਹੱਸਵਾਦੀ ਗੁਪਤਾ ਆਤਮ ਗਿਆਨ ਹੈ, ਉਹਨੂੰ ਪ੍ਰਾਪਤ ਕਰਨ ਦਾ ਸੁਨਿਆ ਹੈ। ਉਸ ਇੱਕ ਨੂੰ ਅਰਾਧੋ, ਮਹਿਸੂਸ ਕਰੋ। ਪਰਾਛਤ ਗਏ। ਪਰਾਛਤ ਗਏ ਦਾ ਮਤਲਬ ਹੈ ਕਿ ਉਹ ਜਿਹੜੇ ਦੁੱਖ ਤੁਹਾਨੂੰ ਚਮੜੇ ਹੋਏ ਨੇ, ਉਹ ਛੱਡ ਕੇ ਚਲੇ ਜਾਂਦੇ ਹਨ। ਪ੍ਰਾਸ਼ਚਿਤ ਕਰਨ ਦੇ ਨਾਲ ਪ੍ਰਾਸ਼ਚਿਤ ਨਹੀਂ ਹੁੰਦਾ। ਗਿਆਨ ਨੂੰ ਧਾਰਨ ਕਰਨ ਦੇ ਨਾਲ ਨਿਵਾਰਨ ਹੋ ਜਾਂਦਾ ਹੈ, ਨਿਵਰਤੀ ਹੋ ਜਾਂਦਾ ਹੈ। ਪ੍ਰਾਸ਼ਚਿਤ ਦਾ ਮਤਲਬ ਪ੍ਰਾਸ਼ਚਿਤ ਵੀ ਹੈ, ਪਰ ਜਪਾਂ ਤਪਾਂ ਦੇ ਨਾਲ ਕੋਈ ਪ੍ਰਾਸ਼ਚਿਤ, ਮੁੰਡਨ ਕਰਾਉਣ ਨਾਲ ਕੋਈ ਪ੍ਰਾਸ਼ਚਿਤ ਨਹੀਂ ਹੁੰਦਾ, ਨਦੀਆਂ 'ਚ ਡੁਬਕੀਆਂ ਮਾਰਨ ਨਾਲ ਕੋਈ ਪ੍ਰਾਸ਼ਚਿਤ ਨਹੀਂ ਹੁੰਦਾ। ਇੱਕ ਨੂੰ ਆਰਾਧਨ ਨਾਲ ਦੁੱਖ ਚਲੇ ਜਾਂਦੇ ਹਨ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਜਿਨ੍ਹਾਂ ਨੇ ਇੱਕ ਨੂੰ ਆਤਮਿਕ ਗਿਆਨ ਦੀ ਸੋਝੀ ਨਾਲ ਇੱਕ ਨੂੰ ਮਨ ਵਿੱਚ ਵਸਾ ਲਿਆ ਹੈ। ਮਨ ਤਨ ਅੰਤਰ।
ਅੰਦਰ ਵਸਾ ਲਿਆ ਹੈ ਏਕ ਪ੍ਰਭ ਰਾਤਾ, ਐਨਰਜੀ ਬਣ ਕੇ ਜਿਹੜਾ ਸਾਡੇ ਵਿੱਚ ਰਾਤਾ ਰਚਿਆ ਮਿਚਿਆ ਹੋਇਆ ਹੈ। ਬੋਲ ਵੀ ਉਹ ਆਪ ਰਿਹਾ, ਸੁਣ ਵੀ ਉਹ ਆਪ ਰਿਹਾ, ਨਾ ਥੱਕਦਾ ਹੈ ਨਾ ਨੀਂਦਰ ਆਉਂਦੀ ਹੈ, ਉਹ ਹਰ ਵਕਤ ਜਾਗਦਾ ਪਿਆ ਹੈ ਤੇ ਸਰੀਰ ਦੀਆਂ ਗਿਆਨ ਇੰਦਰੀਆਂ ਰੈਸਟ ਕਰਦੀਆਂ ਰਹਿੰਦੀਆਂ ਨੇ। ਤਨ ਸੂਤੀ ਫਿਰ ਸਦ ਜਾਗੰਤਾ, ਤਾਂ ਨਾਲ ਬੋਲੋ ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਸਾਰੇ ਬੋਲੋ ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਜਿਨ੍ਹਾਂ ਨੇ ਆਪਣੇ ਸਤਸੰਗੀਆਂ ਦੇ ਵਿੱਚ ਜਾ ਕੇ ਇਸ ਗਿਆਨ ਨੂੰ ਗੁਰੂ ਦੀ ਕਿਰਪਾ ਨਾਲ, ਬਾਣੀ ਦੀ ਕਿਰਪਾ ਨਾਲ, ਸ਼ਬਦ ਦੇ ਗਿਆਨ ਨਾਲ ਇੱਕ ਨੂੰ ਜਾਣ ਲਿਆ ਹੈ, ਉਹ ਮਨ ਤਨ ਅੰਤਰ ਏਕ ਪ੍ਰਭ ਰਾਤਾ। ਉਹ ਮਨ ਤੇ ਤਨ ਵਿੱਚ ਇੱਕ ਰੰਗ ਵਿੱਚ ਰੰਗੇ ਰਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ